ਹੁਣ ਸੁਣੋ ਸਿਗਨੇਚਰਸ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਮੈਂ ਲਿਟਰਲੀ ਵਿੱਚ ਕਹਿ ਰਹੀ ਹਾਂ ਕਿ ਆਪਾਂ ਡਰੀ ਜਾਂਦੇ ਆ, ਦੇਰ ਕਰੀ ਜਾਂਦੇ ਆ, ਐਵੇਂ ਲੜੀ ਜਾਂਦੇ ਆ। ਮੈਂ ਆਪਣੇ ਆਪ ਨਾਲ ਲੜ ਰਹੀ ਸੀ। ਪੈਰਾਲੀਗਲ ਸਟੱਡੀਜ਼ ਕੀਤੀਆਂ ਨੇ ਬੇਸਿਕਲੀ। ਤੁਸੀਂ ਲਾਇਰਸ ਨੂੰ ਹੈਲਪ ਕਰਦੇ ਹੋ, ਤੁਸੀਂ ਉਹਨਾਂ ਦੇ ਅਸਿਸਟੈਂਟ ਹੁੰਦੇ ਹੋ। ਅਤੇ ਮੇਰੀ ਇੱਕ ਜੋਬ ਹੁੰਦੀ ਸੀ, ਆਈ ਯੂਜ਼ ਟੂ ਫਾਈਲ ਪੇਪਰਸ ਆਲ ਡੇ। ਮਤਲਬ ਸਾਰਾ ਦਿਨ 8 ਘੰਟੇ ਮੈਂ ਪੇਪਰ ਫਾਈਲ ਕਰਦੀ ਸੀ। ਵੈਰੀ ਬੋਰਿੰਗ, ਵੈਰੀ ਬੋਰਿੰਗ। ਆਰਟਿਸਟ ਮੋਸਟਲੀ ਇਹ ਗੱਲ ਕਰਨ ਤੋਂ ਭੱਜਦੇ ਹੁੰਦੇ ਨੇ, ਜਾਂ ਇਹ ਗੱਲ ਉਹ ਕਦੇ ਮੰਨਦੇ ਨਹੀਂ ਆ ਕਿ ਉਹ ਡਿਪਰੈਸਡ ਨੇ ਇਸ ਟਾਈਮ, ਉਹਨਾਂ ਦੀ ਮੈਂਟਲ ਹੈਲਥ ਆ ਜਿਹੜੀ ਉਹ ਡਿਸਟਰਬਡ ਆ। ਪਰ ਇਹ ਆਰਟਿਸਟ ਦੇ ਲਈ ਮੰਨਣਾ ਕਿਉਂ ਜ਼ਰੂਰੀ ਹੁੰਦਾ ਹੈ? ਇਸ ਚੀਜ਼ ਨੂੰ ਐਕਸੈਪਟ ਕਰਨਾ ਕਿਉਂ ਜ਼ਰੂਰੀ ਹੁੰਦਾ ਆ? ਹੁਣ ਜਿੱਦਾਂ 5-6 ਵਜੇ ਹੋਣੇ ਨੇ, ਮੇਰੀ 8 ਵਜੇ ਮੇਰੇ ਸ਼ਾਮ ਨੂੰ ਅਮਰੀਕਾ ਦੇ ਸਵੇਰ ਨੂੰ ਮੇਰੀ ਥੈਰੇਪਿਸਟ ਨਾਲ ਫੋਨ ਅਪਾਇੰਟਮੈਂਟ ਹੈ। ਜੇ ਮੈਂ ਤੁਹਾਨੂੰ ਆ ਕੇ ਕਹਾਂ ਨਾ ਕਿ ਮੈਂ ਠੀਕ ਨਹੀਂ ਫੀਲ ਕਰ ਰਹੀ, ਯੂ ਸ਼ੁੱਡ ਸੇ ਕੀ ਹੋਇਆ, ਮੈਨੂੰ ਸਭ ਕੁਛ ਦੱਸ। ਬਿਲਕੁਲ। ਇੰਸਟੈਡ ਆਫ ਜੈਸਮੀਨ ਸਭ ਕੁਛ ਤੇਰੇ ਕੋਲ ਹੈਗਾ, ਇੰਨੀ ਤਾਂ ਤੂੰ ਫੇਮਸ ਹੈ, ਇੰਨੇ ਤਾਂ ਤੈਨੂੰ ਸਾਰੇ ਪਿਆਰ ਕਰਦੇ ਨੇ, ਇੰਨਾ ਕੁ ਤੇਰੇ ਕੋਲ ਸਭ ਕੁਛ ਹੈ, ਸਭ ਕੁਛ ਤਾਂ ਤੇਰਾ ਵਧੀਆ, ਤੈਨੂੰ ਕੀ ਹੋ ਗਿਆ? ਆਰਟਿਸਟ ਤੋਂ ਹਮੇਸ਼ਾ ਇਹੀ ਉਮੀਦ ਕੀਤੀ ਜਾਂਦੀ ਆ ਕਿ ਉਹ ਨੋਰਮਲ ਦਿਸੇ। ਕਹਿੰਦੇ ਇਹੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਆਰਟਿਸਟ ਨੋਰਮਲ ਹੋ ਹੀ ਨਹੀਂ ਸਕਦਾ। ਹਾਂਜੀ, ਮੈਂ ਤਾਂ ਮੈਨੂੰ ਲੱਗਦਾ ਜਿਵੇਂ ਕਿ ਡਾਇਨਾਸੌਰ ਹੁੰਦਾ ਨਾ, ਮੈਂ ਉੱਦਾਂ ਵਾਂ। ਕੋਈ ਕ੍ਰੀਏਟਿਵ ਗੱਲ ਚੱਲ ਰਹੀ ਆ, ਕੋਈ ਬਿਊਟੀਫੁਲ ਮੀਟਿੰਗ ਚੱਲ ਰਹੀ ਹੈ ਨਾਲ, ਨੋਰਮਲ ਮੇਰੀ ਲਾਈਫ 'ਚ ਕੁਛ ਵੀ ਨਹੀਂ ਹੈ। ਮੈਂ ਜਿੱਥੇ ਜਾਂਦੀ ਹਾਂ ਉੱਥੇ ਇੱਦਾਂ ਡਿਸ਼ਮ ਇੱਦਾਂ ਕਰਕੇ ਹੈਡਸ ਟਰਨ। ਮੈਂ ਵੀ ਇਸ ਚੀਜ਼ ਦੀ ਗਿਲਟੀ ਹਾਂ। ਆਰਟਿਸਟ ਨਾਲ ਨਹੀਂ, ਮੇਰੀ ਹਿੰਮਤ ਨਹੀਂ ਪੈਂਦੀ। ਮੈਂ ਬਹੁਤ ਵਧੀਆ ਲੋਕਾਂ ਨੂੰ ਮਿਲੀ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਮੇਰੀ ਕਦੇ ਨਹੀਂ ਹਿੰਮਤ ਪਈ ਟੂ ਸੇ ਮੇਰੇ ਨਾਲ ਫੋਟੋ ਖਿਚਾਓਗੇ। ਬਾਲੀਵੁੱਡ 'ਚ ਤੁਸੀਂ ਬਹੁਤ ਹਿੱਟ ਗਾਣਾ ਦੇ ਕੇ ਆਏ ਸੀਗੇ, ਅਤੇ ਪੰਜਾਬ ਆਉਣ ਦਾ ਡਿਸੀਜਨ ਕਿਉਂ ਲਿਆ ਸੀਗਾ ਤੁਸੀਂ ਪੰਜਾਬੀ ਇੰਡਸਟਰੀ 'ਚ ਆਉਣ ਦਾ? ਆਈ ਐਮ ਸੋ ਥੈਂਕਫੁਲ ਕਿ ਆਹ 2 ਸਾਲ ਦੀ ਜਿਹੜੀ ਮੇਰੀ ਬ੍ਰੇਕ ਲੱਗੀ ਹੈ, ਜਿਹੜੀ ਸਾਰਿਆਂ ਦੀ ਲੱਗੀ ਸੀ, ਉਹਨਾਂ 2 ਸਾਲਾਂ 'ਚ ਮੈਂ ਰੀਅਲਾਈਜ਼ ਕੀਤਾ ਕਿ ਮੈਂ ਕਿਸੇ ਇੰਡਸਟਰੀ ਦਾ ਹਿੱਸਾ ਹੈ ਹੀ ਨਹੀਂ। ਮੈਂ ਕਿਸੇ ਵੀ ਇੰਡਸਟਰੀ ਵਿੱਚ ਨਹੀਂ ਫਿੱਟ ਆਵਾਂਗੀ, ਕਿਉਂਕਿ ਮੈਂ ਤਾਂ ਡਾਇਨਾਸੌਰ ਹਾਂ ਨਾ। ਸਿਪ ਸਿਪ ਇਜ਼ ਸੱਚ ਅ ਬਿਗ ਸੌਂਗ। ਬਿਲਕੁਲ। ਪੰਜਾਬੀ ਮੁਟਿਆਰਾਂ ਇਜ਼ ਸੱਚ ਅ ਬਿਗ ਸੌਂਗ। ਪੱਟ ਲੈ ਗਿਆ ਇਜ਼ ਸੱਚ ਅ ਬਿਗ ਸੌਂਗ। ਮਤਲਬ ਆਹ 3 ਗਾਣੇ ਮੈਂ ਡਿਫਰੈਂਟ ਜਾਨਰਸ 'ਚ ਤੁਹਾਨੂੰ ਮੈਂਸ਼ਨ ਕੀਤੇ ਨੇ। ਇੱਕ ਗਾਣਾ ਹੋ ਗਿਆ ਜਿਹੜਾ ਕਿ 2-3 ਸਾਲ ਬਹੁਤ ਚੱਲੇਗਾ, ਵਿਆਹਾਂ 'ਤੇ ਚੱਲੇਗਾ, ਪਾਰਟੀਜ਼। ਪੰਜਾਬੀ ਮੁਟਿਆਰਾਂ ਮੇਰੇ ਜਾਣ ਤੋਂ ਬਾਅਦ ਵੀ ਇੱਥੇ ਕੋਈ ਨਾ ਕੋਈ ਗਾ ਰਿਹਾ ਹੋਏਗਾ। ਮੇਬੀ ਆਮ ਅ ਪੂਅਰ ਬਿਜ਼ਨਸ ਵੂਮਨ, ਕਿ ਮੈਨੂੰ ਪਤਾ ਹੀ ਨਹੀਂ ਹੈ ਕਿ ਕਿੱਦਾਂ ਮੌਕੇ 'ਤੇ ਚੌਕਾ ਮਾਰਨਾ ਹੈ। ਤੁਹਾਨੂੰ ਪਤਾ ਹੈ ਕਿ ਜੋ ਆਪਾਂ ਗੱਲਾਂ ਕਰ ਰਹੇ ਹਾਂ, ਇਹਦੇ ਨਾਲ ਇੱਕ ਜਣਾ ਤਾਂ ਹੋਏਗਾ ਜਿਹੜਾ ਸੁਣੇਗਾ ਸਾਨੂੰ। ਇਹਨਾਂ ਨੇ ਕਹਿਣਾ ਆਈ ਫੀਲ ਦ ਸੇਮ। ਕੋਈ ਤਾਂ ਕਹੇਗਾ ਬੜੀ ਸ਼ੈਤਾਨ ਸੀ, ਲਾਈਕ ਇਹਨੂੰ ਪਤਾ ਸੀਗਾ ਕਿੱਦਾਂ ਦੇ ਗਾਣੇ ਕਰਨੇ ਨੇ, ਅਤੇ ਐਂ ਸੁਪਰ ਡੁਪਰ ਹਿੱਟ ਰਹਿਣਾ, ਸੁਰਖੀਆਂ 'ਚ ਨਾ ਰਹਿਣਾ ਇਹਦਾ, ਪਰ ਇਹਨੇ ਕੀਤਾ ਹੀ ਨਹੀਂ। ਅਸੀਂ 5-6 ਸਹੇਲੀਆਂ ਸੀਗੀਆਂ ਜਿਹੜੀਆਂ ਇਕੱਠੀਆਂ ਰਹਿੰਦੀਆਂ ਸੀਗੀਆਂ, ਤਾਂ ਸਾਡਾ ਸਾਰਿਆਂ ਦਾ ਫੇਵਰੇਟ ਗਾਣਾ ਹੁੰਦਾ ਸੀ ਕਿਹੜਾ ਜੰਮ ਪਿਆ ਸੂਰਮਾ। ਯੈਸ। ਤੁਸੀਂ ਕਿਹੜੇ ਪਾਸੇ ਆਉਂਦੇ ਹੋ, ਇੱਕ ਚੰਗੀ ਕੁੜੀ ਦੇ ਜਾਂ ਇੱਕ ਬੁਰੀ ਕੁੜੀ ਦੇ ਪਾਸੇ? ਬੁਰੀ। ਅਤੇ ਸਾਨੂੰ ਇਸ ਚੀਜ਼ ਬਾਰੇ ਓਪਨਲੀ ਗੱਲ ਕਰਨੀ ਚਾਹੀਦੀ ਹੈ। ਤਾਂ ਚੰਗੀ ਤਾਂ ਮੈਂ ਹੈ ਨਹੀਂ ਗੀ, ਅਤੇ ਫਿਰ ਮੈਂ ਤਾਂ ਹੀ ਗੱਲਾਂ ਸ਼ੁਰੂ ਕਰਤੀਆਂ ਨੇ ਆਪਣੀਆਂ। ਠੀਕ ਹੈ। ਆਈ ਹੈਵ ਬੀਨ ਅ ਵਿਕਟਮ ਆਫ ਫਿਜ਼ੀਕਲ ਅਬਿਊਜ਼ and mental abuse for months, if not years. ਤੇ ਜਿਹੜੇ ਦੂਸਰੇ ਗਾਣੇ ਨੇ ਕਿ ਮੈਂ ਸਾਰਿਆਂ ਨਾਲੋਂ ਵਧੀਆ ਵਾਂ, ਤੇ ਮੇਰੇ ਕੋਲ ਗੱਡੀਆਂ ਵੀ ਬਹੁਤ ਨੇ, ਠੀਕ ਹੈ,
ਤੇ ਮਤਲਬ ਮੇਰੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਉਹ ਜਿਹੜੇ ਗਾਣੇ ਨੇ ਮੈਨੂੰ ਲੱਗ ਰਿਹਾ ਕਿ ਉਹਨਾਂ ਦਾ ਟਾਈਮ ਥੋੜ੍ਹੇ ਚਿਰ 'ਚ ਹੁਣ ਖਤਮ ਹੈ। ਮੈਨੂੰ ਲੱਗ ਰਿਹਾ ਕਿ ਆਪਾਂ ਇਸ ਪਾਸੇ ਆ ਰਹੇ ਹਾਂ ਐਂਡ ਆਈ ਹੋਪ ਕਿ ਆਪਾਂ ਇਸ ਪਾਸੇ ਆ ਰਹੇ ਹਾਂ। ਤੁਹਾਨੂੰ ਕੀ ਲੱਗਦਾ ਹੈ? ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਚੀਜ਼ ਸ਼ੁਰੂ ਹੁੰਦੀ ਆ ਤਾਂ ਇੱਕ ਦਿਨ ਉਹਨੇ ਖਤਮ ਵੀ ਹੋਣਾ ਹੀ ਹੁੰਦਾ ਆ, ਹੈ ਨਾ। ਸੋ ਜਿਵੇਂ ਤੁਸੀਂ ਕਿਹਾ ਕਿ ਕਿੰਨਾ ਕੁ ਟਾਈਮ ਤੁਸੀਂ ਮੰਨ ਲਓ ਜਿਵੇਂ ਕਿਸੇ ਦਾ ਵਿਆਹ ਹੋਇਆ, ਹੈ ਨਾ, ਵਿਆਹ ਦੇ ਸਾਲ ਬੰਦਾ ਆਪਣੀ ਵਾਈਫ ਨੂੰ ਕੰਪਲੀਮੈਂਟ ਕਰ ਸਕਦਾ ਹੈ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਰੋਜ਼, ਮਤਲਬ ਵਾਈਫ ਕਹਿ ਸਕਦੀ ਹੈ ਕਿ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਹੋ ਰੋਜ਼, ਹੈ ਨਾ। ਪਰ ਉਹ ਜਦੋਂ 50 ਸਾਲ ਇਕੱਠੇ ਰਹਿੰਦੇ ਨੇ ਤਾਂ ਸ਼ਾਇਦ ਉਹ ਇਹ ਨਹੀਂ ਹੈ ਕਿ ਉਹ ਇੱਕ ਦੂਜੇ ਨੂੰ ਚੰਗੇ ਲੱਗਣੋਂ ਹਟ ਜਾਂਦੇ ਨੇ, ਪਰ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਬਿਆਨ ਕਰਨ ਦੇ ਤਰੀਕੇ ਬਦਲ ਜਾਂਦੇ ਨੇ। ਸੇਮ ਮੈਨੂੰ ਮਿਊਜ਼ਿਕ ਦੇ ਵਿੱਚ ਲੱਗਦਾ ਹੁੰਦਾ ਕਿ ਗੱਲਾਂ ਤੁਸੀਂ ਉਹੀ ਕਹਿੰਦੇ ਹੋ, ਪਰ ਉਹਨਾਂ ਗੱਲਾਂ ਨੂੰ ਕਹਿਣ ਦੇ ਢੰਗ, ਉਹਨਾਂ ਦੇ ਤਰੀਕੇ, ਬਿਆਨ ਕਰਨ ਦਾ ਅੰਦਾਜ਼ ਆ ਜਿਹੜਾ, ਉਹ ਜ਼ਰੂਰ ਬਦਲਦਾ ਹੀ ਬਦਲਦਾ ਆ। ਅਤੇ ਮੈਨੂੰ ਲੱਗਦਾ ਜੇ ਇੱਕੋ ਜਿਹਾ ਰਹੂਗਾ ਤਾਂ ਉੱਥੇ ਤੁਹਾਡੀ ਵਰਸਟੈਲਿਟੀ ਨਹੀਂ ਦਿਖੂਗੀ। ਇੱਕ ਤੁਸੀਂ ਆਰਟਿਸਟ ਹੋ ਤਾਂ ਉਹ ਇੱਕ ਡੈਫੀਨੇਸ਼ਨ ਹੈ ਜਿਹੜੀ, ਉਹਦੇ ਵਿੱਚ ਤੁਸੀਂ ਫਿਰ ਫਿੱਟ ਨਹੀਂ ਆਉਂਗੇ। ਮੈਨੂੰ ਇਹ ਲੱਗਦਾ, ਪਤਾ ਨਹੀਂ ਮੈਂ ਮੈਚਿਓਰ ਆਨਸਰ ਕੀਤਾ। ਮੈਂ ਵੀ ਸੋਚਿਆ ਮੈਂ ਕਿਹਾ ਮੈਂ ਕਿਹੜੀ ਗੱਲ ਕਹੀ ਸੀਗੀ ਇਸ ਤੋਂ ਪਹਿਲਾਂ। ਨਹੀਂ, ਸਹੀ ਹੈ। ਹਾਂ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਆ, ਤੁਸੀਂ ਹਰ ਟਾਈਮ ਇੱਕੋ ਜਿਹੇ ਨਹੀਂ ਹੋ ਸਕਦੇ, ਹੈ ਨਾ। ਇੱਕੋ ਜਿਹੇ ਨਹੀਂ ਗਾ ਇੱਕੋ ਜਿਹਾ ਸੁਣ ਵੀ ਨਹੀਂ ਸਕਦੇ, ਇੱਕੋ ਜਿਹਾ ਤੁਸੀਂ ਗਾ ਵੀ ਨਹੀਂ ਸਕਦੇ, ਤੁਸੀਂ ਇੱਕੋ ਜਿਹਾ ਲਿਖ ਵੀ ਨਹੀਂ ਸਕਦੇ, ਹੈ ਨਾ। ਕਿਤੇ ਨਾ ਇੱਕ ਜਿੱਦਾਂ ਹਰ ਬੰਦੇ ਦਾ ਲਾਈਫ ਦੇ ਵਿੱਚ ਇੱਕ ਸਰਟਨ ਏਜ ਤੋਂ ਬਾਅਦ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਹੁਣ ਮੈਂ ਕੰਮ ਵੀ ਕਰਾਂ, ਮੇਰੇ ਕੋਲ ਪੈਸਾ ਵੀ ਹੋਵੇ ਅਤੇ ਮੇਰੇ ਕੋਲ ਆਰਾਮ ਵੀ ਹੋਵੇ, ਹੈ ਨਾ। ਕੁਛ ਚੀਜ਼ਾਂ ਤੁਸੀਂ ਇੱਕ ਸਰਟਨ ਏਜ ਤੋਂ ਬਾਅਦ ਜਾ ਕੇ ਫੀਲ ਕਰਨੀਆਂ ਸ਼ੁਰੂ ਕਰ ਦਿੰਦੇ ਹੋ। ਪਰ ਇੱਕ ਤੁਹਾਡੀ ਉਹ ਵੀ ਏਜ ਹੁੰਦੀ ਹੈ ਜਿੱਥੇ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਮੇਰੇ ਲਈ 24 ਘੰਟੇ ਵੀ ਥੋੜ੍ਹੇ ਨੇਗੇ, ਮੈਂ ਇੰਨਾ ਕੰਮ ਕਰ ਸਕਦਾ, ਇੰਨੀ ਐਨਰਜੀ ਦੇ ਨਾਲ ਕੰਮ ਕਰਦਾ, ਹੈ ਨਾ, ਕੰਮ ਕਰ ਸਕਦਾ ਹਾਂ। ਸੋ ਮੈਨੂੰ ਲੱਗਦਾ ਮਿਊਜ਼ਿਕ 'ਚ ਵੀ ਇੱਦਾਂ ਹੁੰਦਾ ਹੋਣਾ ਆ। ਆਈ ਥਿੰਕ ਮੇਰਾ ਵੀ ਨਾ, ਮੈਂ ਹੁਣ ਮਾਰਾਂਗੀ ਫੁਕਰੀ, ਰੱਜ ਕੇ ਮਾਰਾਂਗੀ। ਇਸ ਸਾਲ ਮੇਰਾ ਫੁਕਰੀ ਵਾਲਾ ਸਾਲ ਹੈ, ਠੀਕ ਹੈ। ਕਿਉਂਕਿ ਨਾ ਪਿਛਲਾ ਸਾਲ ਜਿਹੜਾ ਸੀ 2021 ਐਕਚੁਅਲੀ, ਮੈਂ ਆਪਣੇ ਗਾਣਿਆਂ ਥਰੂ ਜਿੰਨੀ ਹੀਲਿੰਗ ਕਰਨੀ ਸੀ ਮੈਂ ਕਰ ਲਈ ਹੈ। ਜਦੋਂ ਮੈਂ ਗਾਣਾ ਕੀਤਾ ਨਾ, ਸਭ ਤੋਂ ਪਹਿਲਾ ਗਾਣਾ ਸੀ ਉਸ ਚੈਪਟਰ ਦਾ, ਸਭ ਤੋਂ ਪਹਿਲਾ ਗਾਣਾ ਸੀ ਗਾਣਾ ਚੱਲੇ ਆ ਨਾ ਚੱਲੇ ਆਪਾਂ ਉੱਤੇ ਆਇਆ ਥੱਲੇ, ਦਿਲ ਦੀਆਂ ਗੱਲਾਂ ਕਹਿ ਦੀਏ, ਮੇਲਾ ਲੱਗੇ ਆ ਨਾ ਲੱਗੇ, ਆਪਾਂ ਪਿੱਛੇ ਆਇਆ ਅੱਗੇ, ਦਿਲ ਦੀਆਂ ਗੱਲਾਂ ਕਹਿ ਦੀਏ। ਇਹ ਮੈਂ ਆਪਣੇ ਆਪ ਨੂੰ ਕਹਿ ਰਹੀ ਸੀ, ਮੈਂ ਆਪਣੇ ਆਪ ਨੂੰ ਕਹਿ ਰਹੀ ਸੀ ਕਿ ਕਿਉਂ ਡਰੀ ਜਾਂਦੀ ਹੈ, ਜੋ ਤੇਰੇ ਦਿਲ 'ਚ ਆ ਨਾ ਬਸ ਤੂੰ ਕਹਿ ਦੇ। ਬਿਕਾਜ਼ ਆਈ ਫੀਲ ਲਾਈਕ ਆਪਾਂ ਸਾਰੇ ਜਣੇ ਨਾ ਕੁਛ ਨਾ ਕੁਛ ਕਹਿਣ ਆਏ ਹਾਂ, ਇੱਕ ਦੂਜੇ ਨੂੰ ਪਿਆਰ ਕਰਨ ਆਏ ਹਾਂ ਅਤੇ ਕੁਛ ਨਾ ਕੁਛ ਕਹਿਣ ਆਏ ਹਾਂ। ਜਿਹੜੀ ਗੱਲ ਸਾਡੇ ਦਿਲ ਵਿੱਚ ਹੈ, ਜਿਹੜੇ ਸਾਡੇ ਸੁਪਨੇ ਨੇ, ਉਹ ਸਾਡੇ ਹੀ ਨੇ। ਪਰ ਜੇ ਆਪਾਂ ਨਹੀਂ ਕਵਾਂਗੇ ਉਹ ਗੱਲਾਂ, ਜੇ ਆਪਾਂ ਆਪਣੇ ਸੁਪਨੇ ਨਹੀਂ ਸੱਚ ਕਰਾਂਗੇ, ਫਿਰ ਆਹ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਇਜ਼ ਰੋਂਗ। ਕਿ ਜੇ ਸਾਡੇ ਦਿਲ ਵਿੱਚ ਗੱਲਾਂ ਨੇ, ਆਪਾਂ ਨਹੀਂ ਕਹਿੰਦੇ, ਅਤੇ ਜਿਹੜੇ ਸਾਡੇ ਸੁਪਨੇ ਨੇ ਉਹਨਾਂ ਨੂੰ ਆਪਾਂ ਨਹੀਂ ਰਿਐਲਿਟੀ 'ਚ ਬਦਲਦੇ, ਦੈਨ ਦੈਟਸ ਅ ਡਿਸਸਰਵਿਸ। ਕਿ ਤੁਹਾਡੇ ਅੰਦਰ ਇੱਕ ਬੀਜ ਹੈ, ਤੁਹਾਡੇ ਦਿਲ ਦੇ ਅੰਦਰ ਇੱਕ ਬੀਜ ਹੈ, ਜੇ ਤੁਸੀਂ ਉਹਨੂੰ ਵਾਟਰ ਨਹੀਂ ਕਰੋਗੇ, ਉਹਨੂੰ ਤੁਸੀਂ ਸਨਸ਼ਾਈਨ ਨਹੀਂ ਦਿਓਗੇ। ਕਹਿਣ ਦਾ ਮਤਲਬ ਕਿ ਜੇ ਤੁਸੀਂ ਆਪਣੇ ਅੰਦਰ ਦੀ ਆਵਾਜ਼ ਨਹੀਂ ਸੁਣੋਗੇ, ਦੈਨ ਫਿਰ ਤੁਸੀਂ ਨਹੀਂ ਸਹੀ ਕਰ ਰਹੇ। ਯੂ ਨੋ, ਆਈ ਫੀਲ ਲਾਈਕ ਬਹੁਤ ਸਾਰੇ ਲੋਕ ਡਰਦੇ ਨੇ ਟੂ ਫੋਲੋ ਦੇਅਰ ਡਰੀਮਸ। ਬਹੁਤ ਸਾਰੇ ਲੋਕ ਡਰਦੇ ਨੇ, ਅਤੇ ਮੈਂ ਵੀ ਜਦੋਂ ਕੁਛ ਨਵਾਂ ਕਰਦੀ ਹਾਂ ਮੈਂ ਵੀ ਡਰਦੀ ਹਾਂ। ਬਟ ਆਹ ਜਿਹੜਾ ਗਾਣਾ ਸੀ, ਆਈ ਫੈਲਟ ਲਾਈਕ ਇਸ ਚੀਜ਼ ਨੇ ਮੈਨੂੰ ਹੀਲ ਕੀਤਾ। ਜਿਹੜਾ ਮੈਂ ਡਰ ਰਹੀ ਸੀ, ਮੈਂ ਲਿਟਰਲੀ ਵਿੱਚ ਕਹਿ ਰਹੀ ਹਾਂ ਕਿ ਆਪਾਂ ਡਰੀ ਜਾਂਦੇ ਹਾਂ, ਦੇਰ ਕਰੀ ਜਾਂਦੇ ਹਾਂ,
ਐਵੇਂ ਲੜੀ ਜਾਨੇ ਆ। ਮੈਂ ਆਪਣੇ ਆਪ ਨਾਲ ਲੜ ਰਹੀ ਸੀ, ਕਰਨਾ ਚਾਹੀਦਾ ਗਾਣਾ ਕਿ ਨਹੀਂ, ਇੱਦਾਂ ਦੇ ਗਾਣੇ ਕਰ, ਨਹੀਂ ਇੱਦਾਂ ਦੇ ਨਹੀਂ ਕਰਨੇ, ਦਿਸ ਇਜ਼ ਇੰਪੋਰਟੈਂਟ, ਨੋ ਦਿਸ ਇਜ਼ ਇੰਪੋਰਟੈਂਟ, ਲੜੀ ਜਾਂਦੇ। ਮੈਂ ਆਪਣੇ ਆਪ ਨਾਲ ਲੜ ਰਹੀ ਸੀ। ਸਭ ਤੋਂ ਕ੍ਰੇਜ਼ੀ ਲੜਾਈਆਂ ਤਾਂ ਆਪਣੇ ਆਪ ਨਾਲ ਹੁੰਦੀਆਂ ਨੇ, ਬਾਕੀ ਰਾਹ ਜਾਂਦੇ ਉਹ ਨਹੀਂ ਜ਼ਿਆਦਾ ਫਰਕ ਪੈਂਦਾ। ਜੋ ਤੁਸੀਂ ਗੱਲਾਂ ਆਪਣੇ ਡਾਊਟ ਨਾਲ ਲੜ ਰਹੇ ਹੋ, ਆਪਣੀ ਇਨਸਿਕਿਉਰਿਟੀਜ਼ ਨਾਲ ਲੜ ਰਹੇ ਹੋ, ਆਪਣੇ ਤੁਸੀਂ ਅੰਦਰ ਜਿਹੜਾ ਸਟਰਗਲ ਚੱਲ ਰਿਹਾ ਹੁੰਦਾ, ਆਪਣੇ ਮਾਈਂਡ ਦੇ ਅੰਦਰ ਜਿਹੜਾ ਸਟਰਗਲ ਚੱਲ ਰਿਹਾ ਹੁੰਦਾ, ਉਹ ਕਈ ਵਾਰੀ ਜ਼ਿਆਦਾ ਔਖਾ ਹੁੰਦਾ ਵਰਸਸ ਕਿਸੇ ਹੋਰ ਨਾਲ। ਤੁਹਾਨੂੰ ਐਕਡੈਮਿਕ ਕੁਆਲੀਫਿਕੇਸ਼ਨ ਲੈਣ ਦਾ ਕਿੰਨਾ ਕੁ ਮੌਕਾ ਮਿਲਿਆ? ਤੁਸੀਂ ਕਦੇ ਉਸ ਚੀਜ਼ ਬਾਰੇ ਨਹੀਂ ਗੱਲ ਕੀਤੀ ਹੈਗੀ ਕਿਸੇ ਇੰਟਰਵਿਊ ਦੇ ਵਿੱਚ, ਤੁਸੀਂ ਕਰਨੀ ਚਾਹੋਗੇ? ਮੈਂ ਸਾਈਕੋਲੋਜੀ ਪੜ੍ਹੀ ਆ ਅਤੇ ਮੇਰੇ ਕੋਲ ਸਾਈਕੋਲੋਜੀ 'ਚ ਡਿਗਰੀ ਆ, ਅਤੇ ਮੇਰੇ ਕੋਲ ਟੀਚਿੰਗ ਦੀ ਡਿਗਰੀ ਆ। ਅੱਛਾ। ਛੋਟੇ ਬੱਚਿਆਂ ਨੂੰ ਪੜ੍ਹਾਇਆ ਮੈਂ 2-3 ਸਾਲ, ਅਤੇ ਮੈਨੂੰ ਲਾਅ ਸਕੂਲ ਜਾਣ ਦਾ ਵੀ ਬਹੁਤ ਸੀਗਾ ਚਾਅ, ਬਿਕਾਜ਼ ਮੇਰੇ ਤੁਹਾਡੇ ਫਾਦਰ ਉਸ ਫੀਲਡ ਨੂੰ ਬਿਲੋਂਗ ਕਰਦੇ? ਯੈਸ। ਅਤੇ ਪੈਰਾਲੀਗਲ ਸਟੱਡੀਜ਼ ਕੀਤੀਆਂ ਨੇ ਬੇਸਿਕਲੀ। ਤੁਸੀਂ ਲਾਇਰਸ ਨੂੰ ਹੈਲਪ ਕਰਦੇ ਹੋ, ਤੁਸੀਂ ਉਹਨਾਂ ਦੇ ਅਸਿਸਟੈਂਟ ਹੁੰਦੇ ਹੋ। ਅਤੇ ਮੇਰੀ ਇੱਕ ਜੋਬ ਹੁੰਦੀ ਸੀ, ਆਈ ਯੂਜ਼ਡ ਟੂ ਫਾਈਲ ਪੇਪਰਸ ਆਲ ਡੇ, ਮਤਲਬ ਸਾਰਾ ਦਿਨ 8 ਘੰਟੇ ਮੈਂ ਪੇਪਰ ਫਾਈਲ ਕਰਦੀ ਸੀ। ਵੈਰੀ ਬੋਰਿੰਗ, ਵੈਰੀ ਬੋਰਿੰਗ। ਸਕੂਲੇ ਪੜ੍ਹਾਇਆ ਬੱਚਿਆਂ ਨੂੰ, ਡਿਸਟਰੈਕਟਿਡ ਰਹਿੰਦੀ ਸੀ ਮੈਂ ਹਰ ਜੋਬ 'ਤੇ ਡਿਸਟਰੈਕਟਿਡ ਰਹਿੰਦੀ ਸੀ ਮੈਂ। ਇਸ ਜੋਬ 'ਤੇ ਨਹੀਂ ਆ, ਮਿਊਜ਼ਿਕ ਵਾਲੀ ਜੋਬ 'ਤੇ ਨਹੀਂ ਆ। ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਹੋ ਕਿ ਮੈਂ ਲਿਖਿਆ ਹੋਇਆ ਐਗਜ਼ੈਕਟ ਕਿ ਕਈ ਵਾਰੀ ਨਾ ਲੋਕ ਸਾਨੂੰ ਇਹੀ ਕਹੀ ਜਾਣ ਕੇ ਲੈ ਤੈਨੂੰ ਕੀ ਹੋਇਆ, ਹੈ ਨਾ। ਇਹ ਕੋਈ ਨਹੀਂ ਕਹਿੰਦਾ ਕਿ ਆਈ ਅੰਡਰਸਟੈਂਡ ਦੈਟ ਯੂ ਆਰ ਗੋਇੰਗ ਥਰੂ ਅ ਟਫ ਫੇਜ਼, ਹੈ ਨਾ। ਅਤੇ 2020-21 ਤੁਹਾਡੇ ਲਈ ਬਹੁਤ ਟਫ ਫੇਜ਼ ਰਿਹਾ, ਅਤੇ ਆਰਟਿਸਟ ਮੋਸਟਲੀ ਇਹ ਗੱਲ ਕਰਨ ਤੋਂ ਭੱਜਦੇ ਹੁੰਦੇ ਨੇ, ਜਾਂ ਇਹ ਗੱਲ ਉਹ ਕਦੇ ਮੰਨਦੇ ਨਹੀਂ ਆ ਕਿ ਉਹ ਡਿਪਰੈਸਡ ਨੇ ਇਸ ਟਾਈਮ, ਉਹਨਾਂ ਦੀ ਮੈਂਟਲ ਹੈਲਥ ਆ ਜਿਹੜੀ ਉਹ ਡਿਸਟਰਬਡ ਆ। ਪਰ ਇਹ ਆਰਟਿਸਟ ਦੇ ਲਈ ਮੰਨਣਾ ਕਿਉਂ ਜ਼ਰੂਰੀ ਹੁੰਦਾ ਹੈ? ਇਸ ਚੀਜ਼ ਨੂੰ ਐਕਸੈਪਟ ਕਰਨਾ ਕਿਉਂ ਜ਼ਰੂਰੀ ਹੁੰਦਾ ਆ? ਕਿਉਂ ਮੈਂਟਲੀ ਤੁਸੀਂ ਠੀਕ ਨਹੀਂ ਫੀਲ ਕਰ ਰਹੇ ਇਸ ਵੇਲੇ? ਕਿਉਂਕਿ ਉਹ ਸੱਚ ਹੈ, ਕਿਉਂਕਿ ਉਹ ਸੱਚ ਹੈ। ਅਤੇ ਤੁਸੀਂ ਜਿੰਨਾ ਸੱਚ ਤੋਂ ਦੂਰ ਭੱਜਦੇ ਹੋ, ਇੱਕ ਤਾਂ ਆਪਣੇ ਆਪ ਨਾਲ ਗਲਤ ਕਰ ਰਹੇ ਹੋ, ਅਤੇ ਇੱਕ ਜਿਹੜੇ ਤੁਹਾਨੂੰ ਸੁਣਦੇ ਨੇ, ਜਿਹੜੇ ਤੁਹਾਨੂੰ ਦੇਖ ਕੇ ਇੰਸਪਾਇਰ ਹੁੰਦੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਤੁਸੀਂ ਸ਼ਾਇਦ ਅਨਬ੍ਰੇਕੇਬਲ ਹੋ, ਜਿਨ੍ਹਾਂ ਨੂੰ ਲੱਗਦਾ ਹੈ ਕਿ ਮਤਲਬ ਤੁਸੀਂ ਇੰਨੇ ਬੋਲਡ ਅਤੇ ਫੀਅਰਲੈਸ ਹੋ, ਅਤੇ ਆਪਾਂ ਕਿਉਂ ਇੱਦਾਂ ਲੋ ਫੀਲ ਕਰ ਰਹੇ ਹਾਂ। ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਵਿੱਚ ਕੁਛ ਗਲਤ ਹੈ, ਕਿਉਂਕਿ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ ਟੀ ਵੀ 'ਤੇ, ਸੋਸ਼ਲ ਮੀਡੀਆ 'ਤੇ, ਉਹ ਤਾਂ ਹਮੇਸ਼ਾ ਗਲੋਰੀਅਸ ਲੱਗਦੇ ਨੇ, ਉਹ ਤਾਂ ਹਮੇਸ਼ਾ ਖੁਸ਼ ਲੱਗਦੇ ਨੇ। ਯੂ ਨੋ, ਆਈ ਫੀਲ ਲਾਈਕ ਬਹੁਤ ਸਾਰੇ ਲੋਕ ਸਾਡੇ ਕਲਚਰ ਵਿੱਚ ਸਫਰ ਕਰ ਰਹੇ ਨੇ। ਦੇ ਆਰ ਸਫਰਿੰਗ ਫਰੋਮ ਡਿਪਰੈਸ਼ਨ, ਦੇ ਆਰ ਸਫਰਿੰਗ ਫਰੋਮ ਮੈਂਟਲ ਇਲਨੈਸਿਸ। ਅਤੇ ਸਾਡੇ ਕਲਚਰ ਵਿੱਚ ਇੱਕ ਝਾਕਾ ਹੈ ਇਸ ਚੀਜ਼ ਬਾਰੇ ਡਿਸਕਸ਼ਨ ਵੀ ਕਰਨ ਦਾ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਸਮਥਿੰਗ ਇਜ਼ ਰੋਂਗ ਵਿਦ ਯੂ। ਬਿਲਕੁਲ। ਸੋ ਇਫ ਯੂ ਆਰ ਡਿਪਰੈਸਡ, if I'm depressed, something is wrong with me. The truth is, yes, there is an imbalance that's happening, ਜਿਹਨੂੰ ਆਪਾਂ ਬੈਲੈਂਸ ਕਰਨਾ ਹੈ। ਹੁਣ ਉਸ ਇੰਬੈਲੈਂਸ ਨੂੰ ਆਪਾਂ ਇਗਨੋਰ ਕਰਾਂਗੇ ਤੇ that's making it worse. ਤੇ I have a therapist. I go to therapy. ਮੇਰੀ ਐਕਚੁਅਲੀ ਹੁਣ ਜਿੱਦਾਂ 5-6 ਵਜੇ ਹੋਣੇ ਨੇ, ਮੇਰੀ 8 ਵਜੇ ਮੇਰੇ ਸ਼ਾਮ ਨੂੰ ਅਮਰੀਕਾ ਦੇ ਸਵੇਰ ਨੂੰ ਮੇਰੀ ਥੈਰੇਪਿਸਟ ਨਾਲ ਫੋਨ ਅਪੁਆਇੰਟਮੈਂਟ ਹੈ। ਅਤੇ ਆਈ ਥਿੰਕ ਥੈਰੇਪੀ ਇਜ਼ ਗ੍ਰੇਟ। ਅਤੇ ਕਈ ਵਾਰੀ ਦਵਾਈ ਵੀ ਲੈਣੀ ਪੈਂਦੀ ਹੈ। ਆਈ ਥਿੰਕ ਦਵਾਈ ਇਜ਼ ਆਲਸੋ ਗ੍ਰੇਟ। ਮੈਂ ਇਸ ਟਾਈਮ ਐਡਵਾਈਸ ਨਹੀਂ ਦੇ ਸਕਦੀ, ਕਿਉਂਕਿ ਸਾਰਿਆਂ ਦੇ ਸਿਚੁਏਸ਼ਨਸ
ਵੱਖਰੀਆਂ ਹੁੰਦੀਆਂ ਨੇ ਤੇ ਨਾ ਮੈਨੂੰ ਇੰਨੀ ਨੌਲੇਜ ਹੈ। ਮੈਨੂੰ ਆਪਣੇ ਬਾਰੇ ਨੌਲੇਜ ਹੈ। ਐਂਡ ਕਈ ਵਾਰੀ ਨਾ ਤੁਸੀਂ ਸਿਰਫ ਪਿਆਰ ਨਾਲ ਠੀਕ ਹੋ ਜਾਂਦੇ ਹੋ, ਜਿਹੜਾ ਕਿ ਮਿਲਦਾ ਨਹੀਂ ਹੈ। ਇਮੈਜਿਨ ਕਰੋ ਇੱਕ ਛੋਟਾ ਬੱਚਾ 15 ਸਾਲ ਦਾ, ਠੀਕ ਹੈ, ਉਹ ਡਿਪਰੈਸ਼ਨ ਤੋਂ ਸਫਰ ਕਰ ਰਿਹਾ। ਉਹਦੇ ਪੇਰੈਂਟਸ ਉਹਨੂੰ ਕਹਿ ਰਹੇ ਨੇ ਲੈ ਤੈਨੂੰ ਕੀ ਹੋਇਆ, ਸਭ ਕੁਝ ਤੇ ਤੇਰੇ ਕੋਲ ਹੈਗਾ, ਬਿਲਕੁਲ, ਹੈ ਨਾ। ਉਹਦੇ ਨਾਲ ਵਰਸ ਹੁੰਦੀ ਹੈ ਸਿਚੁਏਸ਼ਨ ਜਦੋਂ ਤੁਸੀਂ ਕਿਸੇ ਨੂੰ ਉਹਨਾਂ ਦੇ ਇਮੋਸ਼ਨਸ ਡਿਨਾਈ ਕਰਦੇ ਹੋ। ਉਹਦੇ ਨਾਲ ਸਿਚੁਏਸ਼ਨ ਹੋਰ ਵਰਸ ਹੁੰਦੀ ਹੈ ਬਿਕਾਜ਼ ਦੈਨ ਯੂ ਸਟਾਰਟ ਟੂ ਫੀਲ ਕਿ ਸਮਥਿੰਗ ਮਸਟ ਬੀ ਸੀਰੀਅਸਲੀ ਰੋਂਗ ਵਿਦ ਮੀ ਬਿਕਾਜ਼ ਮੈਂ ਕਿਸੇ ਨੂੰ ਸਮਝਾ ਵੀ ਨਹੀਂ ਪਾ ਰਿਹਾ ਐਂਡ ਇਟ ਡਜ਼ਨਟ ਲੁੱਕ ਦੈਟ ਬੈਡ ਫਰੋਮ ਦੀ ਆਊਟਸਾਈਡ ਬਟ ਇਨ ਹੀਅਰ ਇਟਸ ਵੈਰੀ ਵੈਰੀ ਬੈਡ। ਸੋ ਇੱਕ ਤਾਂ ਉਹ is wrong to do that. You should never deny somebody their emotions. ਜੇ ਮੈਂ ਤੁਹਾਨੂੰ ਆ ਕੇ ਕਹਾਂ ਨਾ ਕਿ ਮੈਂ ਠੀਕ ਨਹੀਂ ਫੀਲ ਕਰ ਰਹੀ, you should say ਕੀ ਹੋਇਆ, ਮੈਨੂੰ ਸਭ ਕੁਝ ਦੱਸ। ਬਿਲਕੁਲ। instead of ਜੈਸਮੀਨ ਸਭ ਕੁਝ ਤੇਰੇ ਕੋਲ ਹੈਗਾ, ਇੰਨੀ ਤਾਂ ਤੂੰ ਫੇਮਸ ਹੈ, ਇੰਨੇ ਤਾਂ ਤੈਨੂੰ ਸਾਰੇ ਪਿਆਰ ਕਰਦੇ ਨੇ, ਇੰਨਾ ਕੁ ਤੇਰੇ ਕੋਲ ਸਭ ਕੁਝ ਹੈ, ਸਭ ਕੁਝ ਤਾਂ ਤੇਰਾ ਵਧੀਆ, ਤੈਨੂੰ ਕੀ ਹੋ ਗਿਆ। ਕਈ ਚੀਜ਼ਾਂ ਯਾਰ ਸਾਡੇ ਨਾ ਜਿਹੜੇ ਕੈਮੀਕਲਸ ਨੇ ਬ੍ਰੇਨ ਦੇ, ਤੁਸੀਂ ਉਹਨਾਂ ਨੂੰ ਗੱਲਾਂ ਬਾਤਾਂ ਨਾਲ ਠੀਕ ਨਹੀਂ ਕਰ ਸਕਦੇ। ਕਈ ਵਾਰੀ ਦਵਾਈ ਲੈਣੀ ਪੈਂਦੀ ਹੈ, ਕਈ ਵਾਰੀ ਥੈਰੇਪੀ ਲੈਣੀ ਪੈਂਦੀ ਹੈ, ਕਈ ਵਾਰੀ ਰੀਸੈਟ ਕਰਨਾ ਪੈਂਦਾ ਆਪਣਾ ਆਪ। ਐਂਡ ਆਈ ਫੀਲ ਕਿ ਸਾਡੇ ਪੰਜਾਬੀ ਕਲਚਰ ਵਿੱਚ ਇਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਮਤਲਬ ਅੱਜ ਹੀ ਜਨਵਰੀ 2022 ਵਿੱਚ ਹੀ ਮੈਂ ਕਹਿੰਦੀ ਅੱਜ ਆਪਾਂ ਅੱਜ ਹੀ ਇਹ ਗੱਲ ਕਹਿ ਦਿੰਦੇ ਹਾਂ ਕਿ ਆਹ ਚੀਜ਼ ਦੀ ਸਾਨੂੰ ਐਜ਼ ਅ ਕਮਿਊਨਿਟੀ ਬਹੁਤ ਹੈਲਪ ਹੋਏਗੀ ਜੇ ਆਪਾਂ ਮੈਂਟਲ ਹੈਲਥ ਦੀਆਂ ਗੱਲਾਂ ਕਰੀਏ। ਬਿਲਕੁਲ ਬਿਲਕੁਲ। ਅਤੇ ਮੈਂ ਸ਼ਾਇਦ ਕੋਈ ਵੈਲਿਊਬਲ ਇਨਫੋਰਮੇਸ਼ਨ ਨਹੀਂ ਤੁਹਾਨੂੰ ਦੇ ਰਹੀ ਬਟ ਮੈਂ ਇੰਨਾ ਕਹਿ ਰਹੀ ਹਾਂ ਕਿ ਥੈਰੇਪੀ ਬਹੁਤ ਜ਼ਰੂਰੀ ਆ। ਆਈ ਥਿੰਕ ਸਾਨੂੰ ਸਾਰਿਆਂ ਨੂੰ ਥੈਰੇਪੀ ਚਾਹੀਦੀ ਹੈ ਕਿਉਂਕਿ ਤੁਸੀਂ ਫਰੈਂਡਸ ਨਾਲ ਉਹ ਗੱਲਾਂ ਨਹੀਂ ਕਰ ਸਕਦੇ, ਤੁਸੀਂ ਫੈਮਿਲੀ ਮੈਂਬਰਸ ਨਾਲ ਉਹ ਗੱਲਾਂ ਨਹੀਂ ਕਰ ਸਕਦੇ ਜਿਹੜੀ ਤੁਸੀਂ ਆਪਣੇ ਥੈਰੇਪਿਸਟ ਨਾਲ ਕਰ ਸਕਦੇ ਹੋ। ਬਿਲਕੁਲ। ਅਤੇ ਕਈ ਵਾਰੀ ਆਪਾਂ ਨਾ ਸਾਰੀ ਉਮਰ ਕੱਢ ਦਿੰਦੇ ਹਾਂ ਡਿਪਰੈਸ਼ਨ ਵਿੱਚ। ਪਤਾ ਕਿੰਨੇ ਲੋਕ ਹੋਣਗੇ ਸਾਡੀਆਂ ਫੈਮਲੀਜ਼ ਵਿੱਚ ਜਿਹੜੇ ਡਿਪਰੈਸ਼ਨ ਨਾਲ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੈਨੀਆ, ਪਤਾ ਕਿੰਨੀਆਂ ਚੀਜ਼ਾਂ ਨੇ ਯਾਰ। ਮੈਂ ਇੱਕ ਗੱਲ ਸੁਣੀ ਸੀ, ਸਾਡੇ ਕਲਚਰ ਵਿੱਚ ਨਾ ਲੋਕੀ ਸਾਈਕਾਇਟਰਿਸਟ ਨੂੰ ਕਹਿੰਦੇ ਨੇ ਕਿ ਦੱਸਿਓ ਨਾ ਕਿਸੇ ਨੂੰ ਬਟ ਸਾਨੂੰ ਦਵਾਈ ਦੇ ਦਿਓ। ਦੈਟਸ ਟਰੂ। ਦੱਸਿਓ ਨਾ ਕਿਸੇ ਨੂੰ। ਇਮੈਜਿਨ ਦੈਟ ਫੀਅਰ। ਇਟਸ ਦ ਰਾਈਟ ਟਾਈਮ ਕਿ ਆਪਾਂ ਇਸ ਚੀਜ਼ ਬਾਰੇ ਓਪਨਲੀ ਗੱਲ ਕਰੀਏ। ਐਂਡ ਆਈ ਥਿੰਕ ਦ ਫਰਸਟ ਸਟੈਪ ਇਜ਼ ਜੇ ਕਿਸੇ ਨੂੰ ਫੀਲ ਹੋ ਰਿਹਾ ਕਿ ਯਾਰ ਮੈਂ ਨਾ ਕਾਫੀ ਚਿਰ ਦਾ ਸੈਡ ਹੀ ਹਾਂ, ਯਾਰ ਕਾਫੀ ਚਿਰ ਦਾ ਨਾ ਅੰਦਰ ਇੱਕ ਖਾਲੀਪਨ ਹੈ, ਕਾਫੀ ਚਿਰ ਦਾ ਮੈਨੂੰ ਮੇਰੇ ਇਮੋਸ਼ਨਸ 'ਤੇ ਨਾ ਹੋਲਡ ਨਹੀਂ ਮਿਲ ਰਿਹਾ। ਜਾਂ ਤਾਂ ਤੁਸੀਂ ਲੱਕੀ ਹੋ, ਤੁਹਾਡੇ ਕੋਲ ਇੱਕ ਦੋ ਦੋਸਤ ਨੇ ਇੱਦਾਂ ਦੇ ਜਿਹੜੇ ਤੁਹਾਡੀ ਗੱਲ ਸੁਣਨਗੇ, ਅਤੇ ਜਾਂ ਤੁਹਾਨੂੰ ਥੈਰੇਪਿਸਟ ਕੋਲ ਜਾਣਾ ਚਾਹੀਦਾ। ਮੇਰੀ ਇੱਕ ਫਰੈਂਡ ਨੇ, ਉਹ ਕਹਿੰਦੇ ਨੇ ਕਿ ਆਰਟਿਸਟ ਤੋਂ ਹਮੇਸ਼ਾ ਇਹੀ ਉਮੀਦ ਕੀਤੀ ਜਾਂਦੀ ਆ ਕਿ ਉਹ ਨੋਰਮਲ ਦਿਸੇ। ਕਹਿੰਦੇ ਇਹੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਆਰਟਿਸਟ ਨੋਰਮਲ ਹੋ ਹੀ ਨਹੀਂ ਸਕਦਾ। ਤੁਸੀਂ ਐਗਰੀ ਕਰਦੇ ਹੋ? ਹਾਂਜੀ, ਮੈਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਇੱਕ ਡਾਇਨਾਸੌਰ ਹੁੰਦਾ ਨਾ, ਮੈਂ ਉੱਦਾਂ ਵਾਂ। ਹੁਣ ਇੱਕ ਡਾਇਨਾਸੌਰ ਤੁਰਦਾ ਫਿਰਦਾ ਜਾ ਰਿਹਾ ਮਾਰਕੀਟ ਵਿੱਚ, ਯੂਆਰ ਗੋਨਾ ਲੁੱਕ, ਯੂਆਰ ਗੋਨਾ ਸੇ ਉਹ ਦੇਖੀ ਕਿੱਦਾਂ ਦੀ ਚੀਜ਼ ਹੈ, ਯੂ ਨੋ। ਪਲੱਸ ਮੇਰੇ ਗੁਲਾਬੀ ਰੰਗ ਦੇ ਵਾਲ ਨੇ, ਜੇ ਮੈਂ ਚਾਹਵਾਂ ਵੀ ਮੈਂ ਇਸ ਚੀਜ਼ ਨੂੰ ਲੁਕੋ ਨਹੀਂ ਸਕਦੀ ਕਿ ਮੈਂ ਕੌਣ ਆ, ਕਿਉਂਕਿ ਸਾਰੀ ਉਮਰ ਆਪਾਂ ਵਿਸ਼ ਕਰਦੇ ਹਾਂ ਕਿ ਸਾਨੂੰ ਸਾਰੇ ਜਾਣਨ, ਸਾਨੂੰ ਸਾਰੇ ਜਾਣਨ। ਫਿਰ ਜਦੋਂ ਜਾਣਦੇ ਨੇ ਤਾਂ ਫਿਰ ਥੋੜ੍ਹਾ ਔਖਾ ਲੱਗਦਾ ਕਈ ਵਾਰੀ ਬਿਕਾਜ਼ ਕਹਿੰਦੇ ਨਾ ਬੀ ਕੇਅਰਫੁਲ ਵਟ ਯੂ ਵਿਸ਼ ਫੋਰ। ਤੁਹਾਡੇ ਸਾਰੇ ਸੁਪਨੇ ਸੱਚ ਹੁੰਦੇ ਨੇ ਬਟ ਕਈ ਵਾਰੀ ਤੁਹਾਡੇ 'ਚ ਨਹੀਂ ਸ਼ਕਤੀ ਹੁੰਦੀ ਉਹ ਸੁਪਨੇ ਹੈਂਡਲ ਕਰਨ ਦੀ, ਹੈ ਨਾ। ਨੋਰਮਲ ਕੁਛ ਨਹੀਂ ਹੈ ਮੇਰੀ ਲਾਈਫ 'ਚ, ਮੈਂ ਨੋਰਮਲ ਜ਼ਰੂਰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਫੈਮਿਲੀ ਨੋਰਮਲ ਹੈ ਥੈਂਕਫੁਲੀ, ਯੂ ਨੋ। ਲਾਈਕ ਆਈ ਸੈਡ, ਲੋਕੀ ਚੇਂਜ ਨਹੀਂ ਹੁੰਦੇ, ਲੋਕੀ ਉਹੀ ਰਹਿੰਦੇ ਨੇ। ਉੱਭਰ ਕੇ ਨਿਕਲਿਆ ਆਉਂਦਾ ਬਾਹਰ, ਫੇਮ ਤੋਂ ਬਾਅਦ, ਸਕਸੈਸ ਤੋਂ ਬਾਅਦ ਆਰਟਿਸਟ ਜੇ ਤੁਹਾਨੂੰ ਲੱਗਦਾ ਨਾ ਬਦਲ ਗਿਆ,
ਇਟ ਜਸਟ ਮੀਨਸ ਕਿ ਉਹ ਉੱਭਰ ਕੇ ਬਾਹਰ ਆ ਰਿਹਾ, ਮਤਲਬ ਡੁੱਲ ਪੈ ਰਿਹਾ ਜਿੱਦਾਂ ਦਾ ਉਹ ਪਹਿਲਾਂ ਹੀ ਸੀਗਾ, ਹੈ ਨਾ। ਅਤੇ ਆਈ ਥਿੰਕ ਮੇਰੀ ਲਾਈਫ 'ਚ ਕੁਛ ਵੀ ਨੋਰਮਲ ਨਹੀਂ ਹੈ। ਮੇਰਾ ਦਿਲ ਕਰਦਾ ਮੈਂ ਕੈਫੇ 'ਚ ਬੈਠਾਂ। ਪੰਜਾਬ 'ਚ ਨਹੀਂ ਬਹਿ ਸਕਦੀ ਮੈਂ ਕੈਫੇ 'ਚ, ਬਹਿ ਸਕਦੀ ਹਾਂ ਬਟ ਉਹਦੇ 'ਚ ਕੁਛ ਵੀ ਨੋਰਮਲ ਨਹੀਂ ਹੋਏਗਾ। 10 ਫੋਟੋਆਂ ਖਿਚਾ ਕੇ ਬਾਹਰ ਨਿਕਲਾਂਗੇ, ਹੈਂ 10 ਵਾਰੀ ਮੇਰੀ ਗੱਲ ਕੱਟੀ ਜਾਵੇਗੀ, ਕਿਉਂਕਿ ਜਦੋਂ ਚਾਅ ਹੁੰਦਾ ਨਾ ਕਿਸੇ ਨੂੰ ਮਿਲਣ ਦਾ, ਫਿਰ ਉਸ ਚਾਅ ਦੇ ਅੱਗੇ ਕੁਛ ਨਹੀਂ ਹੁੰਦਾ ਕਿ ਇਹ ਜਿਹੜਾ ਆਰਟਿਸਟ ਹੈ ਉਹ ਕੀ ਕਰ ਰਿਹਾ, ਕੀ ਉਹ ਜ਼ਰੂਰੀ ਗੱਲ ਕਰ ਰਿਹਾ, ਕਿਤੇ ਕੈਫੇ 'ਚ ਬਹਿ ਕੇ ਕੋਈ ਕ੍ਰੀਏਟਿਵ ਗੱਲ ਚੱਲ ਰਹੀ ਹੈ, ਕੋਈ ਬਿਊਟੀਫੁਲ ਮੀਟਿੰਗ ਚੱਲ ਰਹੀ ਹੈ ਨਾਲ, ਨਾ ਨੋਰਮਲ ਮੇਰੀ ਲਾਈਫ 'ਚ ਕੁਛ ਵੀ ਨਹੀਂ ਹੈ। ਮੈਂ ਜਿੱਥੇ ਜਾਂਦੀ ਹਾਂ ਉੱਥੇ ਇੱਦਾਂ ਡਿਸ਼ਮ ਇੱਦਾਂ ਕਰਕੇ ਹੈਡਸ ਟਰਨ, ਅਤੇ ਗੱਲ ਬਾਅਦ 'ਚ ਕਰਦੇ ਨੇ ਲੋਕ ਮੇਰੇ ਨਾਲ, ਅਤੇ ਫੋਨ ਪਹਿਲਾਂ ਬਾਹਰ ਹੁੰਦਾ ਉਹਨਾਂ ਦਾ, ਬਿਕਾਜ਼ ਇਸੇ ਦੁਨੀਆ 'ਚ ਆਪਾਂ ਰਹਿ ਰਹੇ ਹਾਂ, ਸੋਸ਼ਲ ਮੀਡੀਆ ਦੀ ਦੁਨੀਆ ਵਿੱਚ। ਸਾਨੂੰ ਹੁੰਦਾ ਹੈ ਕਿ ਆਪਾਂ ਇੱਕ ਮੂਮੈਂਟ ਨੂੰ ਕੈਪਚਰ ਕਰਕੇ ਦੁਨੀਆ ਨਾਲ ਸ਼ੇਅਰ ਕਰੀਏ। ਮੈਂ ਵੀ ਇਸ ਚੀਜ਼ ਤੋਂ ਗਿਲਟੀ ਹਾਂ। ਆਪਾਂ ਇਸ ਮੂਮੈਂਟ ਨੂੰ ਕੈਪਚਰ ਕਰਕੇ ਦੁਨੀਆ ਨਾਲ ਸ਼ੇਅਰ ਕਰ ਦਈਏ ਫਟਾਫਟ ਕਿ ਆਪਾਂ ਕੂਲ ਲੱਗੀਏ। ਮੈਂ ਵੀ ਇਸ ਚੀਜ਼ ਦੀ ਗਿਲਟੀ ਹਾਂ। ਆਰਟਿਸਟ ਨਾਲ ਨਹੀਂ, ਮੇਰੀ ਹਿੰਮਤ ਨਹੀਂ ਪੈਂਦੀ। ਮੈਂ ਬਹੁਤ ਵਧੀਆ ਲੋਕਾਂ ਨੂੰ ਮਿਲੀ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਮੇਰੀ ਕਦੇ ਨਹੀਂ ਹਿੰਮਤ ਪਈ ਟੂ ਸੇ ਮੇਰੇ ਨਾਲ ਫੋਟੋ ਖਿਚਾਓਗੇ, ਬਿਲਕੁਲ, ਬਿਕਾਜ਼ ਮੇਰੀ ਰਿਸਪੈਕਟ ਇੰਨੀ ਜ਼ਿਆਦਾ ਹੈ ਉਹਨਾਂ ਵਾਸਤੇ। ਮੈਂ ਨਹੀਂ ਔਡੈਸਿਟੀ ਰੱਖਦੀ ਕਿ ਜੋ ਤੁਸੀਂ ਦੋ ਜਣੇ ਗੱਲਾਂ ਕਰ ਰਹੇ ਹੋ ਜਾਂ ਜੋ ਤੁਸੀਂ ਕਰ ਰਹੇ ਹੋ, ਤੁਸੀਂ ਸ਼ੋਪਿੰਗ ਕਰ ਰਹੇ ਹੋ, ਲੈਟਸ ਜਸਟ ਸੇ ਤੁਸੀਂ ਕੌਫੀ ਪੀ ਰਹੇ ਹੋ ਇਕੱਲੇ ਬਹਿ ਕੇ, ਤੁਸੀਂ ਉਹ ਜੋ ਕਰ ਰਹੇ ਹੋ ਉਹਨੂੰ ਰੋਕੋ ਥੋੜ੍ਹੇ ਚਿਰ ਲਈ ਅਤੇ ਮੇਰੇ ਨਾਲ ਫੋਟੋ ਖਿਚਾਓ ਕਿਉਂਕਿ ਮੈਂ ਜ਼ਰੂਰੀ ਹਾਂ। ਇੱਦਾਂ ਨਹੀਂ ਕਰ ਸਕਦੇ ਆਪਾਂ। ਬਟ ਕਈ ਵਾਰੀ ਚਾਅ ਇੰਨਾ ਹੁੰਦਾ, ਸਾਰੀ ਜਿਹੜੀ ਸੈਂਸ ਹੁੰਦੀ ਆ ਆਊਟ ਦ ਵਿੰਡੋ, ਅਤੇ ਫਿਰ ਆਪਾਂ we just jump towards something we love, without thinking. But ਮੇਰੀ ਲਾਈਫ 'ਚ ਓਵਰਆਲ ਕੁਛ ਵੀ ਨੋਰਮਲ ਨਹੀਂ ਹੈ ਬਟ ਜੇ ਆਹੀ ਚੀਜ਼ ਮੈਂ ਕਹਾਂ ਕਿ ਆਈ ਵਿਸ਼ ਕਿ ਇੱਦਾਂ ਨਾ ਹੁੰਦਾ, ਫਿਰ ਉਹ ਬਾਕੀ ਚੀਜ਼ਾਂ ਜਿਹੜੀਆਂ ਮੈਨੂੰ ਨਾਲ ਮਿਲੀਆਂ ਨੇ ਉਹ ਵੀ ਨਹੀਂ ਹੋਣੀਆਂ ਸੀ। ਬਿਲਕੁਲ। ਬਾਲੀਵੁੱਡ 'ਚ ਤੁਸੀਂ ਬਹੁਤ ਹਿੱਟ ਗਾਣਾ ਦੇ ਕੇ ਆਏ ਸੀਗੇ, ਅਤੇ ਪੰਜਾਬ ਆਉਣ ਦਾ ਡਿਸੀਜਨ ਕਿਉਂ ਲਿਆ ਸੀਗਾ ਤੁਸੀਂ ਪੰਜਾਬੀ ਇੰਡਸਟਰੀ 'ਚ ਆਉਣ ਦਾ? ਅਤੇ ਉਸ ਵੇਲੇ ਸ਼ਾਇਦ ਤੁਹਾਨੂੰ ਲੱਗਿਆ ਹੋ ਕਿ ਸਹੀ ਆ ਜਾਂ ਨਹੀਂ ਸਹੀ ਆ, ਪਰ ਅੱਜ 3-4 ਸਾਲਾਂ ਤੋਂ ਬਾਅਦ ਤੁਸੀਂ ਆਪਣੇ ਉਸ ਫੈਸਲੇ ਬਾਰੇ ਕਿਵੇਂ ਸੋਚ ਰਹੇ ਹੋ ਕਿ ਲੈਣਾ ਚਾਹੀਦਾ ਸੀ ਜਾਂ ਨਹੀਂ ਲੈਣਾ ਚਾਹੀਦਾ ਸੀ? ਕਿੰਨਾ ਔਖਾ ਕੁਐਸਚਨ ਹੈ, ਕਿੰਨਾ ਔਖਾ ਕੁਐਸਚਨ ਹੈ। ਮੈਂ ਪੰਜਾਬ ਕਿਉਂ ਆਈ ਸੀ ਪਹਿਲੀ ਵਾਰੀ? ਮੈਂ ਪੰਜਾਬ ਗਾਣਿਆਂ ਕਰਕੇ ਨਹੀਂ ਆਈ ਸੀ। ਮੈਂ ਪੰਜਾਬ ਫੇਮਸ ਹੋਣ ਨਹੀਂ ਆਈ ਸੀ। ਉਹ ਤੁਸੀਂ ਆਲਰੇਡੀ ਸੀਗੇ। ਜਦ ਕਿ ਮੈਂ ਪੰਜਾਬ ਆ ਕੇ ਬਹੁਤ ਫੇਮਸ ਹੋਰ ਵੀ ਜ਼ਿਆਦਾ ਹੋਈ ਹਾਂ, 100%। ਮੈਂ ਪੰਜਾਬ ਖੁਸ਼ੀਆਂ ਵਾਸਤੇ ਆਈ ਸੀ। ਮੈਂ ਪੰਜਾਬ ਇੱਕ ਐਕਸਪੀਰੀਅੰਸ ਵਾਸਤੇ ਆਈ ਸੀ। ਮੈਂ ਪੰਜਾਬ ਆਈ ਸੀ ਬਿਕਾਜ਼ ਮੈਨੂੰ ਲੱਗ ਰਿਹਾ ਸੀ ਕਿ ਆ ਇੱਕ ਚੈਪਟਰ ਹੈ ਮੇਰੀ ਜ਼ਿੰਦਗੀ ਦਾ ਦੈਟ ਆਈ ਸ਼ੁੱਡ ਲਿਵ, ਦੈਟ ਆਈ ਸ਼ੁੱਡ ਐਕਸਪੀਰੀਅੰਸ, ਅਤੇ ਤਾਂ ਆਈ ਸੀ ਮੈਂ ਪੰਜਾਬ। ਡੈਫੀਨੇਟਲੀ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਸ਼ਾਇਦ ਮਿਊਜ਼ਿਕ ਹੋਵੇਗਾ ਇੱਕ ਰੀਜ਼ਨ, ਬਟ ਨਹੀਂ, ਮੈਂ ਬਹੁਤ ਖੁਸ਼ ਸੀ ਬੰਬੇ। ਮੈਂ ਬਹੁਤ ਖੁਸ਼ ਸੀ ਬੰਬੇ ਵੀ। ਪੰਜਾਬ ਤਾਂ ਹੈ ਹੀ ਆ ਉਹ ਜਗ੍ਹਾ ਜਿੱਥੇ ਮੈਂ ਮੁੜ ਕੇ ਆਵਾਂਗੀ, ਬਟ ਮੈਨੂੰ ਯਾਦ ਹੈ ਕਿ ਪੰਜਾਬ ਆ ਕੇ ਮੇਰਾ ਬਹੁਤ ਫਾਇਦਾ ਵੀ ਹੋਇਆ ਅਤੇ ਕਿਤੇ ਕਿਤੇ ਨਹੀਂ ਵੀ। ਆਈ ਥਿੰਕ ਪੰਜਾਬ ਆ ਕੇ ਮੈਨੂੰ ਨਾ ਆਈ ਫੀਲ ਐਕਸਟਰਾ ਕੌਸ਼ੀਅਸ ਕਿ ਇੱਥੇ ਮੈਨੂੰ ਕਿਹੜੀ ਗੱਲ ਕਰਨੀ ਚਾਹੀਦੀ ਹੈ, ਕਿਹਦੇ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਕਿਸੇ ਵੀ ਇੰਡਸਟਰੀ ਦਾ ਹਿੱਸਾ ਨਹੀਂ ਹੈਗੀ। ਮੈਂ ਥੋੜ੍ਹੇ ਚਿਰ ਲਈ ਸੀ ਬਿਕਾਜ਼ ਜਿਹੜੇ ਲੋਕਾਂ ਨਾਲ ਮੈਂ ਕੰਮ ਕਰ ਰਹੀ ਸੀ, ਜਿਹੜੇ ਆਰਟਿਸਟ ਨਾਲ ਮੈਂ ਕੰਮ ਕਰ ਰਹੀ ਸੀ, ਮੈਂ ਥੋੜ੍ਹੇ ਚਿਰ ਲਈ ਸੀ ਬਿਕਾਜ਼ ਉਹ ਵੀ ਜ਼ਰੂਰੀ ਸੀ ਮੇਰਾ ਐਕਸਪੀਰੀਅੰਸ ਕਰਨਾ ਕਿ
ਇੰਡਸਟਰੀ ਦਾ ਹਿੱਸਾ ਬਣ ਕੇ, ਇੰਡਸਟਰੀ ਇੱਕ ਮਸ਼ੀਨ ਹੈ। ਤੁਸੀਂ ਜਦੋਂ ਇੰਡਸਟਰੀ ਵਿੱਚ ਭਾਗ ਲੈਂਦੇ ਹੋ, ਪਾਰਟਿਸਿਪੇਟ ਕਰਦੇ ਹੋ, ਐਂਡ ਦੈਨ ਮੋਸਟਲੀ ਤੁਸੀਂ ਇੰਡਸਟਰੀ ਦੇ ਬਣ ਕੇ ਰਹਿ ਜਾਂਦੇ ਹੋ। ਆਈ ਐਮ ਸੋ ਥੈਂਕਫੁਲ ਕਿ ਆਹ 2 ਸਾਲ ਦੀ ਜਿਹੜੀ ਮੇਰੀ ਬ੍ਰੇਕ ਲੱਗੀ ਹੈ, ਜਿਹੜੀ ਸਾਰਿਆਂ ਦੀ ਲੱਗੀ ਸੀ, ਉਹਨਾਂ 2 ਸਾਲਾਂ 'ਚ ਮੈਂ ਰਿਅਲਾਈਜ਼ ਕੀਤਾ ਕਿ ਮੈਂ ਕਿਸੇ ਇੰਡਸਟਰੀ ਦਾ ਹਿੱਸਾ ਹੈ ਹੀ ਨਹੀਂ। ਮੈਂ ਕਿਸੇ ਵੀ ਇੰਡਸਟਰੀ ਵਿੱਚ ਨਹੀਂ ਫਿੱਟ ਆਵਾਂਗੀ, ਕਿਉਂਕਿ ਮੈਂ ਤਾਂ ਡਾਇਨਾਸੌਰ ਹਾਂ ਨਾ। ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਬਿਕਾਜ਼ ਜੋ ਮੈਂ ਕਰ ਰਹੀ ਹਾਂ ਉਹ ਮੇਰੇ ਦਿਲ ਦੀ ਆਵਾਜ਼ ਹੈ, ਅਤੇ ਜੋ ਮੇਰੇ ਦਿਲ ਦੀ ਆਵਾਜ਼ ਹੈ ਉਹ ਕਿਸੇ ਹੋਰ ਦੇ ਦਿਲ ਦੀ ਆਵਾਜ਼ ਹੋ ਹੀ ਨਹੀਂ ਸਕਦੀ। ਇੰਨੇ ਬਿਲੀਅਨ ਲੋਕਾਂ ਵਿੱਚੋਂ ਆਪਾਂ ਇੱਕੋ ਹੀ ਹਾਂ, ਤੁਸੀਂ ਇੱਕੋ ਹੋ ਅਤੇ ਮੈਂ ਵੀ ਇੱਕੋ ਹੀ ਹਾਂ। ਸੋ ਮੁਕਾਬਲਾ ਕਿਸੇ ਨਾਲ ਨਹੀਂ ਆ, ਕੰਪੀਟੀਸ਼ਨ ਕਿਸੇ ਨਾਲ ਨਹੀਂ ਆ, ਬਟ ਇਹ ਵੀ ਗੱਲ ਸੱਚ ਹੈ ਕਿ ਮੈਂ ਇਕੱਲੀ ਰਹਿ ਕੇ ਬਹੁਤ ਖੁਸ਼ ਹਾਂ, ਇਕੱਲੀ ਖੜ ਕੇ ਬਹੁਤ ਖੁਸ਼ ਹਾਂ। ਇੱਕ ਛੋਟੀ ਜਿਹੀ ਲੇਨ ਹੈ, ਉੱਥੇ ਮੈਂ ਹੌਲੀ ਹੌਲੀ ਚੱਲ ਰਹੀ ਹਾਂ, ਆਪਣੀ ਮਰਜ਼ੀ ਦੇ ਗਾਣੇ ਕਰ ਰਹੀ ਹਾਂ। ਜਦੋਂ ਫੁਕਰੀ ਮਾਰਨ ਦਾ ਦਿਲ ਕਰਦਾ ਫੁਕਰੀ ਮਾਰ ਲੈਂਦੀ ਹਾਂ, ਜਦੋਂ ਦਿਲ ਦੀਆਂ ਗੱਲਾਂ ਕਰਨ ਦਾ ਦਿਲ ਕਰਦਾ ਉਹ ਮੈਂ ਚੰਗੀ ਤਰ੍ਹਾਂ ਦਿਲ ਖੋਲ੍ਹ ਲੈਂਦੀ ਹਾਂ। ਜਿੱਥੇ ਮੈਂ ਜਾ ਰਹੀ ਹਾਂ ਸਿਰਫ ਮੈਨੂੰ ਪਤਾ ਹੈ, ਅਤੇ ਮੈਨੂੰ ਵਿਸ਼ਵਾਸ ਹੈ ਆਪਣੇ ਆਪ 'ਤੇ ਕਿ ਮੈਂ ਜੋ ਕਰ ਰਹੀ ਹਾਂ ਇਹਦਾ ਮੈਨੂੰ ਮਿਲੇਗਾ ਬਹੁਤ ਸਾਰਾ ਪਿਆਰ, ਅਤੇ ਇਹਦਾ ਮਿਲੇਗਾ ਹੋਰਾਂ ਨੂੰ ਆਸਰਾ। ਮੈਨੂੰ ਲੱਗਦਾ ਕਿ ਮੈਂ, ਜੇ ਮੈਨੂੰ ਐਜ਼ ਅ ਆਰਟਿਸਟ ਤੁਸੀਂ ਡਿਫਾਈਨ ਕਰੋ, ਮੈਨੂੰ ਸ਼ਾਇਦ ਤੁਸੀਂ 4 ਜਾਂ 5 ਗਾਣਿਆਂ ਤੋਂ ਡਿਫਾਈਨ ਕਰ ਸਕਦੇ ਹੋ। ਵਰਸਿਸ ਜਿਹੜੇ ਸ਼ਾਇਦ 50 ਗਾਣੇ ਕੀਤੇ ਨੇ, ਮੈਂ ਪਤਾ ਨਹੀਂ ਕਿੰਨੇ ਗਾਣੇ ਕੀਤੇ ਨੇ, 50ਵਾਂ ਵਿੱਚੋਂ ਤੁਸੀਂ ਬਿਲੀਵ ਕਰੋਗੇ 4 ਜਾਂ 5 ਗਾਣੇ ਹੀ ਨੇ ਜਿਹੜੇ ਐਕਚੁਅਲ 'ਚ ਡਿਫਾਈਨ ਕਰਦੇ ਨੇ ਮੈਂ ਹੈ ਕੌਣ ਹਾਂ। ਬਾਕੀ ਗਾਣੇ ਕਰਕੇ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਬਾਕੀ ਗਾਣੇ ਹੋਰਾਂ ਨੂੰ ਬਹੁਤ ਪਸੰਦ ਨੇ। ਜਿਹੜੇ ਮੈਨੂੰ ਪਸੰਦ ਨੇ ਉਹ ਸ਼ਾਇਦ 4-5 ਹੀ ਨੇ। ਕਿਹੜੇ ਕਿਹੜੇ? ਬੱਦਲ ਉਹਨਾਂ 'ਚੋਂ ਇੱਕ ਹੈ, ਗਾਣਾ ਚੱਲਿਆ ਨਾ। ਰੀਸੈਂਟ ਜਿਹੜੇ ਗਾਣੇ ਕੀਤੇ ਨੇ ਮੈਂ 2021 ਵਿੱਚ, 2020 ਵਿੱਚ, ਉਹ ਮੈਨੂੰ ਬਹੁਤ ਪਸੰਦ ਨੇ ਸਾਰੇ, ਬਿਕਾਜ਼ ਉਹ ਮੈਂ ਕਿਸੇ ਇੰਡਸਟਰੀ ਨੂੰ ਦਿਮਾਗ 'ਚ ਲੈ ਕੇ ਨਹੀਂ ਬਣਾਏ। ਬਿਲੀਵ ਮੀ, ਮੇਰੇ ਕੋ ਸਾਰਿਆਂ ਦੇ ਮੇਰੇ ਕੋਲ ਨੰਬਰ ਨੇ ਜਿਹੜੇ ਸਕਸੈਸਫੁਲ ਗਾਣੇ ਲਿਖਦੇ ਨੇ, ਜਿਹਨੂੰ ਪੰਜਾਬੀ ਇੰਡਸਟਰੀ 'ਚ ਸਕਸੈਸਫੁਲ ਕਿਹਾ ਜਾਂਦਾ। ਸਾਰੇ ਮੈਨੂੰ ਇੰਨਾ ਪਿਆਰ ਕਰਦੇ ਨੇ, ਸਾਰੇ ਸਗੋਂ ਕਹਿੰਦੇ ਨੇ ਕਿ ਤੂੰ ਗਾਣਾ ਕਿਉਂ ਨਹੀਂ ਕਰਦੀ ਸਾਡੇ ਨਾਲ, ਬਹੁਤ ਪਿਆਰ ਹੈ। ਮੈਨੂੰ ਪਤਾ ਹੈ ਕਿੰਨਾ ਔਖਾ ਹੈ, ਸੱਚੀ ਕਿੰਨਾ ਔਖਾ ਹੈ ਜੋ ਮੈਂ ਕਰ ਰਹੀ ਹਾਂ। ਕਦੇ ਕਦੇ ਮੈਨੂੰ ਲੱਗਦਾ ਹੈ, ਮੈਨੂੰ ਪਤਾ ਗਾਣੇ ਕਿੱਦਾਂ ਦੇ ਚੱਲਦੇ ਨੇ। ਟੌਪ 10 ਗਾਣੇ ਮੈਂ ਪਿਛਲੇ 1-2 ਸਾਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਪਤਾ ਗਾਣੇ ਕਿੱਦਾਂ ਦੇ ਚੱਲਦੇ ਨੇ। ਜੇ ਮੈਂ ਸੋਚਾਂ ਜਦੋਂ ਆਪਾਂ ਡਾਂਸ ਫਲੋਰ 'ਤੇ ਜਾਈਦਾ, ਡਾਂਸ ਫਲੋਰ 'ਤੇ ਉਹਨਾਂ ਨੂੰ ਲੋਕੀ ਉਹਨਾਂ ਨੂੰ ਹੀ ਕਹਿੰਦੇ ਨੇ ਕਿ ਉਹ ਗਾਣੇ ਵਧੀਆ ਹੁੰਦੇ ਨੇ। ਬਾਕੀ ਤੇ ਜਿਹੜੇ ਇਕੱਲੇ ਬੈਠ ਕੇ ਸੁਣਨ ਵਾਲੇ ਗਾਣੇ ਨੇ, ਸਭ ਤੋਂ ਸੋਹਣੇ ਗਾਣੇ ਉਹ ਹੁੰਦੇ ਨੇ ਮੇਰੇ ਹਿਸਾਬ ਨਾਲ। ਬਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਬੈਂਗਰ, ਜਿਹਨਾਂ ਨੂੰ ਆਪਾਂ ਬੈਂਗਰਸ ਕਹਿੰਦੇ ਹਾਂ, ਮੈਨੂੰ ਪਤਾ ਹੈ ਕਿ ਮੈਂ ਕੀ ਕਰਾਂ ਕਿ ਸਾਰੇ ਪਾਸੇ ਮਤਲਬ ਬਟ ਮੈਂ ਆਡੀਓ ਕਰਕੇ ਦੇਖ ਲਿਆ। ਹੁਣ ਆਈ ਥਿੰਕ ਇਹ ਗੱਲ ਝੂਠ ਵੀ ਹੋਏਗੀ ਅਤੇ ਇਟ ਵੁੱਡ ਬੀ ਨਾਟ ਫੇਅਰ ਕਿ ਮੈਂ ਉਹੀ ਚੀਜ਼ ਬਾਰ-ਬਾਰ ਕਰੀ ਜਾਵਾਂ। ਸਿਪ ਸਿਪ ਇਜ਼ ਸੱਚ ਅ ਬਿਗ ਸੌਂਗ। ਬਿਲਕੁਲ। ਪੰਜਾਬੀ ਮੁਟਿਆਰਾਂ ਇਜ਼ ਸੱਚ ਅ ਬਿਗ ਸੌਂਗ। ਪੱਟ ਲੈ ਗਿਆ ਇਜ਼ ਸੱਚ ਅ ਬਿਗ ਸੌਂਗ। ਮਤਲਬ ਆਹ 3 ਗਾਣੇ ਮੈਂ ਡਿਫਰੈਂਟ ਜਾਨਰਸ 'ਚ ਤੁਹਾਨੂੰ ਮੈਂਸ਼ਨ ਕੀਤੇ ਨੇ। ਇੱਕ ਗਾਣਾ ਹੋ ਗਿਆ ਜਿਹੜਾ ਕਿ 2-3 ਸਾਲ ਬਹੁਤ ਚੱਲੇਗਾ, ਵਿਆਹਾਂ 'ਤੇ ਚੱਲੇਗਾ, ਪਾਰਟੀਜ਼। ਪੰਜਾਬੀ ਮੁਟਿਆਰਾਂ ਮੇਰੇ ਜਾਣ ਤੋਂ ਬਾਅਦ ਵੀ ਇੱਥੇ ਕੋਈ ਨਾ ਕੋਈ ਗਾ ਰਿਹਾ ਹੋਏਗਾ, ਬਿਕਾਜ਼ ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ। ਕਿੰਨੇ ਸੋਹਣੀ, ਕਿੰਨੇ ਮਾਣ ਦੀ ਗੱਲ ਹੈ, ਕਿੰਨੇ ਪਿਆਰ ਦੀ ਗੱਲ ਹੈ। ਇੱਦਾਂ ਦੇ ਗਾਣੇ ਹੈ ਨੇ, ਬਟ ਜੇ ਮੈਂ ਉਹੀ ਬਾਰ-ਬਾਰ ਕਰੀ ਜਾਵਾਂ, ਦੈਟਸ ਨਾਟ ਫੇਅਰ।
दैट्स नॉट फेयर। मे बी मैं बहुत मे बी आई एम अ पुअर बिजनेस वूमन, मे बी आई एम अ पुअर बिजनेस वूमन कि मैनू पता ही नहीं है कि किद्दां मौके ते चौका मारना है। शायद मैनू पता ही नहीं है कि होर किहड़ा हुंदा एग्जाम्पल कि बलदी चीज़ च की कहंदे ने कर दो लोहा गरम ते थोड़ा मारना। आ चीज़ मैनू तो एग्जाम्पल भी नहीं पता। कहने दा मतलब शायद मैं यार लैंग्वेज नहीं सीखी वो वाली, या फिर मैं लैंग्वेज मैनू पता है वो वाली बट मेरा दिल नहीं अंदरों मनदा। क्योंकि मैनू भी पता है कि जे आपां सारे जने रल के लाइक ओहो जे गाने करी जावांगे जिन्हां ते सिर्फ नच हुंदा है। नचना बहुत सोहनी गल है, किसी नूं नचा देना बहुत सोहनी गल है, पर जे आपां ओहो जे गाने सारे रल के एज अ इंडस्ट्री ਉਹੀ करी जावांगे आपां ते फिर आपां सारे कल्ले कल्ले जस्ट नचदे होवांगे। कनैक्शन कित्थे है? बिल्कुल यार कनैक्शन तो बिना कुछ भी नहीं है। लाइक जे तुसी ते मैं कनैक्टेड ना फील करदे हुंदे आ इंटरव्यू इन्नी लंबी जांदी ना, क्योंकि तुसी कहना सी, तुसी भी इधर उधर वेखना सीगा कि यार गल जी नहीं बन रही, मैं भी कहना सी मैं पता नहीं किहड़ियां गल्लां करन दी। नहीं, बट तुहानूं पता है कि जो आपां गल्लां कर रहे हैं ਇਹਦੇ ਨਾਲ एक जना तो होएगा जिहड़ा सुनेगा सानू, इन्होंने कहना आई फील द सेम। आई फील लाइक म्यूजिक इज सपोज टू अपलिफ्ट, इंस्पायर, कनैक्ट। इदां 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 म्यूजिक की पावर होनी चाहिए है। हाँ, डांस म्यूजिक इज़ ब्यूटिफुल। मेरे किन्ने गाने ने डांस वाले, राइट, ब्यूटिफुल। बट आई विल बी ऑनेस्ट कि जो मैं कदे मेरी मर्जी का जो कॉन्सर्ट होएगा जिथे मेरी मर्जी की ऑडियंस होएगी, बहुत जल्दी हुण तां कॉन्सर्ट्स हजे होने शुरू ही होए ने, उत्थे शायद मैं दिल दीयां गल्लां करांगी। लंबा जिहा गाउन पाया होएगा मैं, हैं उत्थे दिल दीयां गल्लां करांगी, गावांगी, हस्सांगी, रोवांगी, हसावांगी, रोवावांगी। इदां दा कॉन्सर्ट होएगा ते एंड च नच लांगे थोड़ा जिहा। लै ਇਹ 'ਚ ਕੀ ਹੈ? ਜਦੋਂ ਤੁਸੀਂ ਬੰਬੇ ਤੋਂ ਉਦੋਂ ਪੰਜਾਬ ਆਏ ਸੀ ਤਾਂ ਬਹੁਤ ਸਾਰੇ ਆਰਟਿਸਟਾਂ ਦੇ ਲਈ ਸੀਗਾ ਕੁਛ ਨਵਾਂ ਆਇਆ, ਕੋਈ ਨਵੀਂ એનર્ਜੀ ਆਈ ਹੈ ਇੰਡਸਟਰੀ ਦੇ ਵਿੱਚ, ਇਹਨਾਂ ਨਾਲ ਆਪਾਂ ਕਲੱਬ ਕਰ ਲਈਏ, ਇਹਨਾਂ ਨਾਲ ਆਪਾਂ ਕਲੱਬ ਕਰ ਲਈਏ। ਹੁਣ ਜਦੋਂ ਤੁਸੀਂ 2 ਸਾਲ ਬਾਅਦ ਵਾਪਸ ਆਏ ਹੋ ਪੰਜਾਬ ਦੇ ਵਿੱਚ, ਤਾਂ ਹੁਣ ਕੋਈ ਮਤਲਬ ਕਿਸੇ ਵੱਲੋਂ ਕੋਈ ਕੰਸਰਨ ਤੁਹਾਡੇ ਲਈ ਆਇਆ ਕਿ ਜੈਸਮੀਨ ਇਜ਼ ਬੈਕ, ਕਿ ਆਪਾਂ ਗਾਣਾ ਕਰੀਏ ਉਹਨਾਂ ਦੇ ਨਾਲ? ਹਾਂ ਯਾਰ ਸਹੀ ਹੈ, ਇੱਦਾਂ ਹੀ ਹੋ ਰਿਹਾ, ਇੱਦਾਂ ਹੀ ਹੋ ਰਿਹਾ। ਬਟ ਆਲ ਬੀ ਓਨੈਸਟ, ਨਾ ਕਹਿਣਾ ਬਹੁਤ ਜ਼ਰੂਰੀ ਹੈ। ਬਿਕਾਜ਼ ਜੇ ਤੁਸੀਂ ਹਰ ਇੱਕ ਚੀਜ਼ ਨੂੰ, ਹਰ ਇੱਕ ਇਨਸਾਨ ਨੂੰ ਹਾਂ ਕਹੋਗੇ, ਤੁਸੀਂ ਆਪ ਗਵਾਚ ਜਾਓਗੇ ਆਪਣੀ ਚੋਇਸਿਸ ਵਿੱਚ, ਆਪਣੇ ਡਿਸੀਜਨਸ ਵਿੱਚ। ਸੋ ਜੇ ਮੈਂ ਫੁਕਰੀ ਨਹੀਂ ਮਾਰ ਰਹੀ, ਸੱਚ ਹੈ ਗੱਲ, ਜੇ 25 ਗਾਣਿਆਂ ਦਾ ਮੈਨੂੰ ਕੋਲੈਬੋਰੇਸ਼ਨ ਦਾ ਆਫਰ ਆਇਆ, ਉਹਨਾਂ 'ਚ ਮੈਂ ਸ਼ਾਇਦ 2 ਜਾਂ 3 ਕਰਾਂਗੀ। ਉਹ ਵੀ ਕਿਉਂ? ਕਨੈਕਸ਼ਨ। ਇੱਦਾਂ ਨਹੀਂ ਹੈ ਕਿ ਕੋਈ ਗਾਣਾ ਜ਼ਿਆਦਾ ਸੋਹਣਾ ਸੀ, ਗਾਣੇ ਉਹ ਸਾਰੇ ਹਿੱਟ ਵਾਲੇ ਗਾਣੇ ਸੀ। ਜਦੋਂ ਮੈਂ 2016 ਵਿੱਚ ਇੱਥੇ ਆਈ ਸੀ, ਮੈਂ ਲੱਡੂ ਬੰਬ ਜੱਟ ਕੀਤਾ, ਰਾਈਟ, ਗਾਣੇ ਸਾਰੇ ਉਨੇ ਸੋਹਣੇ ਸੀਗੇ, ਬਟ ਜਿੱਥੇ ਮੈਨੂੰ ਫੀਲ ਹੋਇਆ ਨਾ ਕਿਆ ਕਰਨਾ, ਮੈਂ ਉਦੋਂ ਕੀਤਾ। ਜਿੱਥੇ ਮੈਨੂੰ ਫੀਲ ਹੋਇਆ ਕਿ ਮੇ ਬੀ ਮੈਂ ਜ਼ਿਆਦਾ ਨਾ ਕਰਦਾ, ਬਿਕਾਜ਼ ਯਾਰ ਇੱਕ ਆਈਡੈਂਟਿਟੀ ਬਣਾ ਰਿਹਾ। ਹਰ ਇੱਕ ਚੋਇਸ, every choice you make, every choice I make, every time you say yes, every time I say yes or no, ਆਪਾਂ ਆਪਣਾ ਆਪ ਬਿਲਡ ਕਰ ਰਹੇ ਹਾਂ, ਯੂ ਨੋ। ਅਤੇ ਮੇਰੇ ਵਾਸਤੇ ਸ਼ੁਰੂ ਤੋਂ ਹੀ ਨੋ ਕਹਿਣਾ ਬਹੁਤ ਜ਼ਰੂਰੀ ਸੀਗਾ ਕਿ ਕਿਹੜੀ ਚੀਜ਼ ਮੇਰੇ ਨਾਲ ਰੈਜ਼ੋਨੇਟ ਨਹੀਂ ਕਰ ਰਹੀ, ਕਿਹੜੀ ਚੀਜ਼ ਮੇਰੇ ਨਾਲ, ਕਿਹੜਾ ਇਨਸਾਨ ਮੇਰੇ ਨਾਲ ਰੈਜ਼ੋਨੇਟ ਨਹੀਂ ਕਰ ਰਿਹਾ, ਕਿੱਥੇ ਮੇਰੀ ਐਨਰਜੀ ਨਹੀਂ ਮੈਚ ਹੋ ਰਹੀ। ਮੇ ਬੀ ਟਾਈਮ ਹਜੇ ਨਹੀਂ, ਮੇ ਬੀ 2 ਸਾਲਾਂ ਬਾਅਦ ਕਰ ਸਕਦੇ ਹਾਂ ਆਪਾਂ, ਕਈ ਵਾਰ ਇੱਦਾਂ ਹੁੰਦਾ ਹੈ। ਐਂਡ ਹੁਣ ਵੀ ਸੇਮ ਹੀ ਹੈ, ਬਿਲਕੁਲ ਸੇਮ ਹੀ ਹੈ। ਬਟ ਮੈਂ ਆਪਣੇ ਦਿਲ ਦੀ ਗੱਲ ਦੱਸਾਂ, ਮੈਂ ਸ਼ਾਇਦ ਹੁਣ ਜਾਂ ਤਾਂ ਕੋਈ ਅਨੋਖੀ ਚੀਜ਼ ਆਵੇ ਮੇਰੇ ਸਾਹਮਣੇ, ਜਿੱਦਾਂ ਮੈਨੂੰ ਲੱਗੇ ਕਿ ਯਾਰ ਇਹ ਇਨਸਾਨ ਕਿੰਨਾ ਪਿਆਰਾ ਹੈ, ਇਹ ਗਾਣਾ ਕਿੰਨਾ ਪਿਆਰਾ ਹੈ, ਇਹ ਟੀਮ ਕਿੰਨੀ ਪਿਆਰੀ ਹੈ, ਕਿ ਮੇਰਾ ਤਾਂ ਬਣਦਾ ਇਹਨਾਂ ਨਾਲ ਕੰਮ ਕਰਨਾ, ਮੇਰਾ ਬਣਦਾ। ਬਿਲਕੁਲ। ਗਾਣੇ ਪਿੱਛੇ ਤਾਂ ਮੈਂ ਕਦੇ ਵੀ ਨਹੀਂ ਭੱਜੀ, ਕਦੇ ਵੀ ਨਹੀਂ। ਫੇਮ ਪਿੱਛੇ, ਪੈਸੇ ਪਿੱਛੇ, ਗਾਣੇ ਪਿੱਛੇ, I never chased that। ਤੇ ਹੁਣ ਵੀ ਮੈਂ ਪੰਜਾਬ ਆਈ ਹਾਂ, ਮੈਨੂੰ I don't know 10 ਦਿਨ ਹੋਏ ਨੇ, ਦਿਨ ਰਾਤ ਫੋਨ ਵੱਜ ਰਹੇ ਨੇ। ਅੱਛਾ। ਦਿਨ ਰਾਤ
ਕਿ ਆਪਾਂ ਆਹ ਕਰਦੇ ਹਾਂ, ਆਪਾਂ ਉਹ ਕਰਦੇ ਹਾਂ, ਚਲੋ 4 ਸਾਲ ਪਹਿਲਾਂ ਨਹੀਂ ਸਾਡਾ ਗਾਣਾ ਹੋਇਆ, ਹੁਣ ਕਰਦੇ ਹਾਂ। ਬਟ ਮੇਰਾ ਆਲਰੇਡੀ ਇੱਕ ਪਲਾਨ ਹੈ ਜੋ ਮੈਂ ਕਰਨਾ ਹੈ। ਕਿਤੇ ਕਿਤੇ ਮੈਨੂੰ ਨਾ ਸ਼ਾਇਦ ਕਿਹਾ ਜਾਏਗਾ ਇਤਿਹਾਸ ਵਿੱਚ 20 ਸਾਲ ਬਾਅਦ ਆਪਾਂ ਮੁੜ ਕੇ ਵੇਖਾਂਗੇ, ਕੋਈ ਤਾਂ ਕਹੇਗਾ ਬੜੀ ਸ਼ੈਤਾਨ ਸੀ, ਲਾਈਕ ਇਹਨੂੰ ਪਤਾ ਸੀਗਾ ਕਿੱਦਾਂ ਦੇ ਗਾਣੇ ਕਰਨੇ ਨੇ ਤੇ ਐ ਸੁਪਰ ਡੁਪਰ ਹਿੱਟ ਰਹਿਣਾ, ਸੁਰਖੀਆਂ 'ਚ ਨਾ ਰਹਿਣਾ ਇਹਦਾ। ਪਰ ਇਹਨੇ ਕੀਤਾ ਹੀ ਨਹੀਂ। ਕਿਉਂ ਨਹੀਂ ਕੀਤਾ? ਬਿਕਾਜ਼ ਮੇਰਾ ਮੁੱਦਾ ਨਹੀਂ ਆ ਉਹ। ਸੁਰਖੀਆਂ 'ਚ ਤਾਂ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਨਾ ਰਹਿਣ ਵਾਲੇ। ਹਮੇਸ਼ਾ ਇੱਕ ਗੁੱਡ ਸੌਂਗ, ਮੇਰਾ ਕਹਿਣਾ ਹੈ, ਮੇਰਾ ਬਿਲੀਫ ਹੈ ਕਿ ਇਫ ਯੂ ਆਰ ਪੋਪੂਲਰ ਡਜ਼ਨਟ ਮੀਨ ਦੈਟ ਯੂ ਆਰ ਲਵਡ। ਇਫ ਯੂ ਆਰ ਵਾਇਰਲ ਡਜ਼ਨਟ ਮੀਨ ਦੈਟ ਯੂ ਆਰ ਰਿਸਪੈਕਟਡ ਐਂਡ ਐਡਮਾਇਰਡ। ਕੋਈ ਰਾਹ ਜਾਂਦਾ ਡਿੱਗ ਪੈਂਦਾ, ਲੋਕੀ ਤਾਂ ਉੱਥੇ ਵੀ ਇਕੱਠੇ ਹੋ ਜਾਂਦੇ ਨੇ। ਉਹ ਚੀਜ਼ ਫਿਰ ਪੋਪੂਲਰ ਥੋੜ੍ਹਾ ਹੋਈ ਜਾਂ ਚੰਗੀ ਥੋੜ੍ਹਾ ਹੋਈ। ਬਿਲਕੁਲ ਬਿਲਕੁਲ। ਐਂਡ ਆਈ ਫੀਲ ਲਾਈਕ ਕਈ ਵਾਰੀ ਆਪਾਂ ਜ਼ਿਆਦਾ ਇੰਟਰਸਟਿਡ ਹੁੰਦੇ ਹਾਂ, ਕਿਸੇ ਦਾ ਜਦੋਂ ਮਜ਼ਾਕ ਬਣ ਰਿਹਾ ਹੁੰਦਾ ਨਾ ਤੇ ਉਹ ਚੀਜ਼ ਬੜੀ ਪੋਪੂਲਰ ਹੋ ਰਹੀ ਹੁੰਦੀ ਹੈ। ਆ ਸਾਡੀ ਸੁਸਾਇਟੀ ਦਾ ਇੱਕ ਡੇਂਜਰਸ ਸਾਈਡ ਹੈ ਬਿਲਕੁਲ ਕਿ ਆਪਾਂ ਉਸ ਚੀਜ਼ ਨੂੰ ਬੜਾ ਅੱਗੇ ਕਰਕੇ ਸ਼ੇਅਰ ਕਰਦੇ ਹਾਂ। ਤੇ ਜਦੋਂ ਕੋਈ ਬਹੁਤ ਪਿਆਰੀ ਗੱਲ ਕਰੇ, ਤੁਸੀਂ ਆਪ ਦੇਖ ਲਓ, ਗਾਣੇ ਬਹੁਤ ਪਵਿੱਤਰ ਗਾਣੇ ਹੋਣਗੇ, ਉਹਨਾਂ ਦੇ ਵਿਊਜ਼ ਨਹੀਂ ਹੋਣਗੇ ਜ਼ਿਆਦਾ। ਤੇ ਇੱਥੇ ਹੀ ਆਰਟਿਸਟ ਦੀ ਇੱਕ ਫਾਈਟ ਹੈ ਕਿ ਮੈਂ ਆਈ ਪ੍ਰੋਮਿਸ ਯੂ, ਮੈਂ ਇਹ ਮੋਸਟਲੀ ਸਾਰਿਆਂ ਨੂੰ ਜਾਣਦੀ ਹਾਂ ਜਿਹੜੇ ਇੰਡਸਟਰੀ ਦੇ ਆਰਟਿਸਟ ਨੇ। ਮੈਂ ਸਾਰਿਆਂ ਨੂੰ ਜਾਂ ਤਾਂ ਮਿਲੀ ਹਾਂ ਜਾਂ ਤਾਂ ਉੱਦਾਂ ਹੀ ਪਤਾ ਲੱਗ ਜਾਂਦਾ, ਕਿਸੇ ਦੇ ਚੋਇਸਿਸ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਊ ਦੈਟ ਪਰਸਨ ਇਜ਼। ਪ੍ਰੋਮਿਸ ਯੂ ਕਿ ਸਾਰੇ ਜਣੇ ਚਾਹੁੰਦੇ ਨੇ ਕਿ ਆਪਾਂ ਦਿਲ ਦੀਆਂ ਗੱਲਾਂ ਕਰੀਏ। ਸਾਰਿਆਂ ਦਾ ਦਿਲ ਕਰਦਾ ਕਿ ਯਾਰ ਜੋ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਗੱਲਾਂ ਕਰਦੀ ਹਾਂ, ਕਾਸ਼ ਮੈਂ ਉੱਦਾਂ ਦੀ ਬਹਿ ਕੇ ਇੰਟਰਵਿਊ 'ਚ ਗੱਲ ਕਰ ਸਕਾਂ, ਕਾਸ਼ ਮੈਂ ਉੱਦਾਂ ਦਾ ਇੱਕ ਗਾਣਾ ਕਰ ਸਕਾਂ। ਭਾਵੇਂ ਬੈਂਗਰਸ ਨੇ, ਚੱਕਵੇਂ ਗਾਣੇ ਨੇ, ਜਾਂ ਦਿਲ ਦੇ ਗਾਣੇ ਨੇ, ਜਾਂ ਹੀਲਿੰਗ ਵਾਲੇ ਗਾਣੇ ਨੇ। ਬਟ ਜਿਹੜੀ ਇੰਡਸਟਰੀ ਹੈ ਨਾ, ਇੰਡਸਟਰੀ ਇੰਨੀ ਕੁ ਡੇਂਜਰਸ ਮੈਂਟੈਲਿਟੀ ਹੈ। ਇਸ ਇੰਡਸਟਰੀ ਵਿੱਚ ਜਿਹੜਾ ਆ ਗਿਆ ਉਹਨੂੰ ਲੱਗਦਾ ਕਿ ਸਾਨੂੰ ਇੰਡਸਟਰੀ ਦੇ ਰੂਲਸ ਫੋਲੋ ਕਰਨੇ ਪੈਣੇ ਨੇ। ਕਿਹੜੀ ਇੰਡਸਟਰੀ? ਤੁਸੀਂ ਤਾਂ ਇੰਡਸਟਰੀ ਦਾ ਹਿੱਸਾ ਹੋ, ਤੁਸੀਂ ਨਿਕਲ ਜਾਓ ਤਾਂ ਕਿਹੜੀ ਇੰਡਸਟਰੀ? ਮੈਂ ਇੰਡਸਟਰੀ ਦਾ ਹਿੱਸਾ ਨਹੀਂ ਹਾਂ। ਜਿਹੜੀ ਗੱਲ ਮੈਂ ਥੋੜ੍ਹੇ ਚਿਰ ਪਹਿਲਾਂ ਕਹੀ ਸੀ, ਮੈਂ ਕਿਸੇ ਇੰਡਸਟਰੀ ਦਾ ਹਿੱਸਾ ਨਹੀਂ ਹਾਂ ਨਾ। ਮੈਂ ਹਾਂ, ਆਈ ਕੈਨ ਸਟੈਪ ਇਨ ਐਂਡ ਆਊਟ, ਆਪਾਂ ਕੋਲੈਬੋਰੇਟ ਕਰ ਸਕਦੇ ਹਾਂ ਬਿਲਕੁਲ। ਬਟ ਇੰਡਸਟਰੀ ਇੱਕ ਛੋਟੀ ਜਿਹੀ ਡੱਬੀ ਹੈ ਜਿਹਦੇ ਵਿੱਚ ਤੁਹਾਨੂੰ ਆਪਣੀ ਸ਼ੇਪ ਬਦਲ ਕੇ ਮਤਲਬ ਬਹਿਣਾ ਪੈਂਦਾ ਹੈ। ਐਂਡ ਰੂਲਸ ਨੇ ਉਸ ਇੰਡਸਟਰੀ ਦੇ, ਤੁਹਾਨੂੰ ਫੋਲੋ ਕਰਨੇ ਪੈਂਦੇ ਨੇ। ਬੜੇ ਸਾਲ ਪਹਿਲਾਂ ਮੈਂ ਗਾਣਾ ਕਹਿਤਾ, ਬੜੇ ਸਾਲ ਪਹਿਲਾਂ ਮੈਂ ਗੱਲ ਸੁਣੀ ਸੀ ਕਿ ਸੀਜ਼ਨ ਵਾਲੇ ਗਾਣੇ ਕਰਨੇ ਨੇ। ਮੈਂ ਕਿਹਾ ਕਿਹੜਾ ਸੀਜ਼ਨ? ਮੈਂ ਕਿਹੜਾ ਸੀਜ਼ਨ? ਖਰੇ ਨਵੰਬਰ ਦਸੰਬਰ ਦਾ ਟਾਈਮ ਸੀਗਾ। ਬਿਲਕੁਲ ਵੀ ਉਦੋਂ ਤੁਸੀਂ ਮਤਲਬ ਲੋ ਬੀਟ ਗਾਣਾ ਨਹੀਂ ਸਿੱਟ ਸਕਦੇ ਕੋਈ। ਕਿਉਂਕਿ ਵਿਆਹਾਂ ਦਾ ਸੀਜ਼ਨ ਆ, ਤੁਹਾਨੂੰ ਬੀਟ ਵਾਲੇ ਗਾਣੇ ਹੀ ਕਰਨੇ ਪੈਣੇ, ਭੰਗੜੇ ਵਾਲੇ ਗਾਣੇ ਕਰਨੇ ਪੈਣੇ, ਨੱਚਣ ਟੱਪਣ ਵਾਲੇ। Bro, and I am thinking, ਕਿਹੜਾ season? Spring, fall, winter, summer, what season? So ਇੰਨੀ ਨਵੀਂ ਸੀ ਮੈਂ ਇਸ ਇੰਡਸਟਰੀ ਵਿੱਚ, ਇੰਨੀ ਨਵੀਂ ਸੀ ਮੈਂ ਇਸ ਕਲਚਰ ਵਿੱਚ, ਇਸ ਮਿਊਜ਼ਿਕ ਕਲਚਰ ਵਿੱਚ। ਐਂਡ ਮੈਂ ਕੀ ਸਿੱਖਿਆ ਪਿਛਲੇ 1-2 ਸਾਲਾਂ ਵਿੱਚ ਕਿ ਮੈਂ ਆਈ ਰਿਸਪੈਕਟਫੁਲੀ ਡਿਕਲਾਈਨ। ਆਈ ਡੂ ਨਾਟ ਵਾਂਟ ਟੂ ਬੀ ਅ ਪਾਰਟ ਆਫ ਕੋਈ ਵੀ ਗਰੁੱਪ। ਮੈਂ ਜਿੱਦਾਂ ਦੀ ਵੀ ਹਾਂ, ਮੈਂ ਇਕੱਲੀ ਬਹੁਤ ਸਹੀ ਹਾਂ। ਸਗੋਂ ਕੋਈ ਇਨਫਲੂਐਂਸ ਨਹੀਂ ਕਰਦਾ ਮੇਰੇ ਡਿਸੀਜਨਸ। ਸਗੋਂ ਮੈਨੂੰ ਕੋਈ ਨਹੀਂ ਕਹਿੰਦਾ ਕਿ ਇੱਦਾਂ ਦਾ ਗਾਣਾ ਕਰ, ਉੱਦਾਂ ਦਾ ਗਾਣਾ ਕਰ। ਸਗੋਂ ਮੇਰਾ ਦਿਲ ਹੈ, ਜੇ ਮੈਂ ਫੇਮਸ ਹੋਣਾ, ਮੈਨੂੰ ਪਤਾ ਕਿਹੋ ਜਿਹੇ ਗਾਣੇ ਕਰਨੇ ਨੇ। ਜੇ ਮੈਂ ਦਿਲਾਂ ਨਾਲ ਕਨੈਕਟ ਕਰਨਾ ਹੈ, ਜੋ ਕਿ ਮੇਰਾ ਬਹੁਤ ਚਿਰਾਂ ਦਾ ਅੰਦਰੋਂ ਆਵਾਜ਼ ਆ ਰਹੀ ਹੈ, ਮੈਂ ਇਗਨੋਰ ਹੀ ਕਰ ਰਹੀ ਸੀ ਉਹਨੂੰ। ਉਸ ਆਵਾਜ਼ ਨੂੰ ਇਗਨੋਰ ਹੀ ਕਰ ਰਹੀ ਸੀ ਮੈਂ ਕਿ ਚੁੱਪ ਕਰ ਜਾ, ਥੋੜ੍ਹੇ ਹੋਰ ਫੇਮਸ ਹੁੰਦੇ ਆ, ਥੋੜ੍ਹੇ ਹੋਰ ਸੀਜ਼ਨ ਵਾਲੇ ਗਾਣੇ ਕਰਦੇ ਆ। ਬਟ ਅਸੀਂ ਅੰਦਰ ਦੀ ਆਵਾਜ਼ ਜਿੰਨਾ ਚਿਰ ਇਗਨੋਰ ਕਰਾਂਗੇ ਉਨੀ ਉੱਚੀ ਹੁੰਦੀ ਜਾਏਗੀ, ਤੁਹਾਨੂੰ ਤੰਗ ਕਰੇਗੀ ਫਿਰ। ਬਿਲਕੁਲ। ਇੱਕ ਵਾਰੀ ਤੁਹਾਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੁਹਾਡੇ ਮਦਰ ਦਾ ਤੁਹਾਡਾ ਫੇਵਰੇਟ ਗਾਣਾ ਕਿਹੜਾ ਹੈ? ਤੁਸੀਂ ਉੱਥੇ ਜਵਾਬ ਦਿੱਤਾ ਸੀਗਾ ਕਿ ਸ਼ਾਇਦ ਮੈਂ ਹਾਲੇ ਲਿਖਿਆ ਹੀ ਨਹੀਂ ਆ। ਤੁਹਾਡੀ ਇੰਟਰਵਿਊ ਤੋਂ ਪਹਿਲਾਂ ਮੇਰੇ ਇੱਕ ਰਾਈਟਰ ਫਰੈਂਡ ਨੇ, ਮੈਨੂੰ ਬਹੁਤ ਅਜ਼ੀਜ਼ ਨੇ,
ਤੇ ਮੈਨੂੰ ਉਹਨੇ ਪੁੱਛਿਆ ਸੀਗਾ ਕਿ ਇੱਕ ਰਾਈਟਰ ਨੂੰ ਸਭ ਤੋਂ ਵਧੀਆ ਕੁਐਸਚਨ ਕੀ ਕੀਤਾ ਜਾ ਸਕਦਾ। ਉਹਨਾਂ ਨੇ ਮੈਨੂੰ ਉੱਥੇ ਸੱਚੀ ਉਹਨਾਂ ਨੇ ਮੈਨੂੰ ਸਵਾਲ ਭੇਜਿਆ ਕਿ ਤੁਸੀਂ ਇੱਕ ਰਾਈਟਰ ਨੂੰ ਪੁੱਛ ਸਕਦੇ ਹੋ ਕਿ ਜਿਹੜਾ ਗਾਣਾ ਉਹ ਲਿਖਣਾ ਚਾਹੁੰਦੇ ਸੀ ਪਰ ਹਲੇ ਤੱਕ ਲਿਖ ਨਹੀਂ ਪਾਏ, ਉਹ ਗਾਣਾ ਕਿਹੋ ਜਿਹਾ ਸੀਗਾ, ਹੈ ਨਾ। ਸੋ ਮੈਂ ਇਹ ਸਵਾਲ ਤੁਹਾਨੂੰ ਕਰਨਾ ਚਾਹੂੰਗੀ ਕਿ ਤੁਹਾਡੀ ਰਾਈਟਰ ਪਰਸਨੈਲਿਟੀ ਨੂੰ। ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੈਨੂੰ ਐਜ਼ ਅ ਰਾਈਟਰ ਜਾਣਿਆ ਜਾਵੇ, ਅਲੋਂਗ ਵਿਦ ਬੀਇੰਗ ਅ ਸਿੰਗਰ। ਆਈ ਥਿੰਕ ਐਜ਼ ਅ ਰਾਈਟਰ ਮੈਂ ਪਿਛਲੇ 2 ਸਾਲਾਂ ਦੀ ਲਿਖ ਬਹੁਤ ਜ਼ਿਆਦਾ ਰਹੀ ਹਾਂ, ਗਾ ਘੱਟ ਰਹੀ ਹਾਂ ਮੈਂ। ਅਤੇ ਗਾਣਾ ਇੱਕ ਔਰਤ ਬਾਰੇ ਹੋਏਗਾ। ਗਾਣਾ ਇੱਕ ਔਰਤ ਆਪਣੇ ਰੂਪ ਤੋਂ ਇਲਾਵਾ ਕੀ ਕੁਛ ਹੈ ਉਹਦੇ ਬਾਰੇ ਹੋਏਗਾ, ਜਿਹੜਾ ਮੈਂ ਲਿਖਾਂਗੀ, ਜਿਹੜਾ ਮੈਂ ਸ਼ਾਇਦ ਲਿਖ ਰਹੀ ਹਾਂ। ਅਤੇ ਗਾਣੇ ਵਿੱਚ ਮੈਂ ਇੱਦਾਂ ਦਾ ਬਹੁਤ ਕੁਛ ਕਹਾਂਗੀ ਜਿਹੜਾ ਸ਼ਾਇਦ ਪਸੰਦ ਨਾ ਆਵੇ। ਕਈ ਵਾਰੀ ਆਪਾਂ ਵਿਸ਼ ਕਰਦੇ ਹਾਂ ਕਿ ਕੁੜੀਆਂ ਨੂੰ ਐਵੇਂ ਬਿਹੇਵ ਕਰਨਾ ਚਾਹੀਦਾ, ਮੁੰਡਿਆਂ ਨੂੰ ਐਵੇਂ। ਬਹੁਤ ਅਨਫੇਅਰ ਹੈ ਗੱਲ, ਬਿਕਾਜ਼ ਕਈ ਕੁੜੀਆਂ ਮੁੰਡਿਆਂ ਵਰਗੀਆਂ ਹੁੰਦੀਆਂ ਨੇ, ਕਈ ਮੁੰਡੇ ਕੁੜੀਆਂ ਵਰਗੇ ਹੁੰਦੇ ਨੇ, ਹੈ ਨਾ। ਅਤੇ ਸਾਡੇ ਸਾਰਿਆਂ ਵਿੱਚ ਮੈਸਕੂਲਿਨ ਫੈਮਿਨਿਨ ਹੁੰਦਾ, ਬਟ ਇੱਕ ਔਰਤ ਦੀ ਮੈਸਕੂਲਿਨ ਕੁਆਲਿਟੀਜ਼ ਨੂੰ ਜ਼ਿਆਦਾ ਔਨਰ ਨਹੀਂ ਕੀਤਾ ਜਾਂਦਾ। ਮੈਨੂੰ ਤਾਂ ਆਪ ਬੜਿਆਂ ਨੇ ਕਿਹਾ ਕਿ ਤੇਰੀਆਂ ਮੈਨੂੰ ਬਥੇਰਿਆਂ ਨੇ ਕਿਹਾ ਕਿ ਤੇਰੀਆਂ ਕੁੜੀਆਂ ਵਰਗੀਆਂ ਆਦਤਾਂ ਨਹੀਂ ਹੈਗੀਆਂ, ਐਂਡ ਯੂ ਆਰ ਵੈਰੀ ਮੈਸਕੂਲਿਨ, ਤੂੰ ਬਹੁਤ ਆਪਣੇ ਆਪ ਨੂੰ ਇੱਦਾਂ ਅਤੇ ਉੱਦਾਂ ਅਤੇ ਇੱਦਾਂ। ਹਾਂ, ਜਿੱਦਾਂ ਦੇ ਹੈਗੇ ਆ ਉੱਦਾਂ ਦੇ ਹੈਗੇ ਆ ਆਪਾਂ, ਬਟ ਇੱਦਾਂ ਦੀਆਂ ਗੱਲਾਂ ਜਦੋਂ ਮੈਂ ਗਾਣੇ 'ਚ ਕਰਾਂਗੀ, ਮੈਨੂੰ ਇੰਨਾ ਪਤਾ ਹੈ ਕਿ ਉਹ ਗੱਲਾਂ ਟੈਬੂ ਵੀ ਮੰਨੀਆਂ ਜਾ ਸਕਦੀਆਂ ਨੇ ਕਿ ਯਾਰ ਆਹ ਕੀ ਕਰੀ ਜਾਂਦੀ ਆ, ਕੁੜੀਆਂ ਵਿਗਾੜੇਗੀ ਹੁਣ। ਬਟ ਮੈਨੂੰ ਪਤਾ ਹੈ ਕਿ ਸੱਚ ਕੀ ਹੈ, ਕਿਉਂਕਿ ਮੈਂ ਆਪ ਇੱਕ ਔਰਤ ਹਾਂ, ਮੈਂ ਬਹੁਤ ਸਾਰੀਆਂ ਔਰਤਾਂ ਨੂੰ ਜਾਣਦੀ ਹਾਂ, ਅਤੇ ਮੈਨੂੰ ਪਤਾ ਬਹੁਤ ਸਾਰੀਆਂ ਕੁੜੀਆਂ ਦੇ ਮਾਇੰਡ 'ਚ ਕੀ ਚੱਲ ਰਿਹਾ, ਜਿੱਦਾਂ ਦਾ ਗਾਣਾ ਹਜੇ ਬਣਿਆ ਵੀ ਨਹੀਂ ਹੈ। ਕਿਉਂਕਿ ਜੇ ਲਹਿੰਗਿਆਂ ਸ਼ਰਾਰਿਆਂ ਤੋਂ ਸਾਈਡ 'ਤੇ ਹੋਵਾਂਗੇ ਤਾਂ ਹੀ ਬਿਲਕੁਲ। ਮੈਂ ਜਦੋਂ ਆਪਣੇ ਕਾਲਜ 'ਚ ਸੀ ਨਾ, ਤਾਂ ਸਭ ਤੋਂ ਫੇਵਰੇਟ ਅਸੀਂ 5-6 ਸਹੇਲੀਆਂ ਸੀਗੀਆਂ ਜਿਹੜੀਆਂ ਇਕੱਠੀਆਂ ਰਹਿੰਦੀਆਂ ਸੀਗੀਆਂ, ਤਾਂ ਸਾਡਾ ਸਾਰਿਆਂ ਦਾ ਫੇਵਰੇਟ ਗਾਣਾ ਹੁੰਦਾ ਸੀ ਕਿਹੜਾ ਜੰਮ ਪਿਆ ਸੂਰਮਾ। ਯੈਸ, ਹੈ ਨਾ। ਪਰ ਜਦੋਂ ਤੁਸੀਂ ਆਪਣੀ ਚੋਇਸ ਉਸ ਟਾਈਮ, ਜਾਂ ਹੁਣ ਮੈਂ ਕਈ ਵਾਰੀ ਜੇ ਮੈਂ ਹੁਣ ਕਿਸੇ ਨੂੰ ਦੱਸਾਂ ਕਿ ਮੇਰਾ ਫੇਵਰੇਟ ਗਾਣਾ ਉਹ ਸੀਗਾ ਉਸ ਵੇਲੇ ਦਾ, ਹੈ ਨਾ, ਤਾਂ ਸਾਰੇ ਮਤਲਬ ਸ਼ਾਇਦ ਉਸ ਚੀਜ਼ ਨਾਲ ਅਗਰੀ ਨਹੀਂ ਕਰਨਗੇ, ਜਾਂ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਨਗੇ ਨਾ ਕਿ ਕੁੜੀ ਨੂੰ ਇਹ ਗਾਣਾ ਪਸੰਦ ਹੋ ਸਕਦਾ ਆ, ਹੈ ਨਾ। ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਤੁਹਾਨੂੰ ਕਮੈਂਟਸ ਆਉਂਦੇ ਨੇਗੇ, ਤਾਂ ਕਈ ਵਾਰੀ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਇਹ ਚੰਗੀ ਕੁੜੀ ਆ, ਇਹ ਮਾੜੀ ਕੁੜੀ ਆ। ਤੁਸੀਂ ਫਰਕ ਸਮਝ ਪਾਏ ਹੋ ਉਸ ਚੀਜ਼ 'ਚ, ਜਾਂ ਜੋ ਵੀ ਸੋਸ਼ਲ ਮੀਡੀਆ 'ਤੇ ਤੁਹਾਨੂੰ ਬੈਡ ਕਮੈਂਟਸ ਆਉਂਦੇ ਨੇ ਜਾਂ ਨੈਗੇਟਿਵ ਕਮੈਂਟਸ ਆਉਂਦੇ ਨੇਗੇ, ਕਿ ਉਹ ਲੋਕ ਤੁਹਾਡੇ ਬਾਰੇ ਕਿਉਂ ਇੱਦਾਂ ਲਿਖਦੇ ਹੋਣਗੇ, ਜਾਂ ਉਹਨਾਂ ਚੀਜ਼ਾਂ ਦੇ ਨਾਲ ਤੁਸੀਂ ਕਿਵੇਂ ਡੀਲ ਕਰਦੇ ਹੋ, ਜਾਂ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਕਿਹੜੇ ਪਾਸੇ ਆਉਂਦੇ ਹੋ, ਇੱਕ ਚੰਗੀ ਕੁੜੀ ਦੇ ਜਾਂ ਇੱਕ ਬੁਰੀ ਕੁੜੀ ਦੇ ਪਾਸੇ? ਬੁਰੀ। ਚੰਗੀ ਮੈਂ ਕਿਸੇ ਸਾਈਡ ਤੋਂ ਵੀ ਨਹੀਂ ਹੈਗੀ। ਚੰਗੀ ਮੈਂ ਉਦੋਂ ਹੋਵਾਂਗੀ ਜਦੋਂ ਮੈਂ ਹਾਂਜੀ ਹਾਂਜੀ ਕਰਾਂਗੀ। ਹਾਂਜੀ ਹਾਂਜੀ ਮੈਂ ਕਦੇ ਕੀਤਾ ਨਹੀਂ। ਚੰਗੀ ਮੈਂ ਉਦੋਂ ਹੋਵਾਂਗੀ ਜਦੋਂ ਮੈਂ ਬਹੁਤ ਹਲਕੀ ਆਵਾਜ਼ 'ਚ ਬਾਕੀਆਂ ਨਾਲ ਹੌਲੀ ਬੋਲਾਂਗੀ, ਪਰ ਮੈਨੂੰ ਹੁੰਦਾ ਧਿਆਨ ਨਾਲ ਸੁਣੋ ਮੇਰੀ ਗੱਲ। ਚੰਗੀ ਮੈਂ ਉਦੋਂ ਹੋਵਾਂਗੀ ਜਦੋਂ ਮੈਂ ਹਰ ਗੱਲ ਨੂੰ ਮੰਨਾਂ ਅਤੇ ਕਹਾਂ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰ ਲੈਂਦੇ ਹਾਂ, ਅਤੇ ਮੈਂ ਜੋ ਮੇਰੇ ਦਿਲ 'ਚ ਹੈ ਉਹ ਮੈਂ ਨਾ ਕਹਾਂ। ਪਰ ਬਹੁਤ ਘੱਟ ਮੌਕੇ ਨੇ ਜਦੋਂ ਮੈਂ ਦਿਲ ਵਾਲੀ ਗੱਲ ਦਿਲ 'ਚ ਰੱਖੀ। ਚੰਗੀ ਮੈਂ ਨਹੀਂ ਹੈਗੀ। ਚੰਗੀ ਬਣਨ 'ਚ ਮੈਨੂੰ ਕੋਈ ਇੰਟਰਸਟ ਹੀ ਨਹੀਂ ਹੈ। ਜਿਹੜੀ ਗੱਲ ਅਤੇ ਜਿਹੜੇ ਕਮੈਂਟਸ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਬੜਾ ਔਖਾ ਲੱਗਦਾ, ਬੜਾ ਔਖਾ ਲੱਗਦਾ।
कोई कुछ कह जाता, कोई कुछ कह जाता, बड़ा औखा है। कुड़ियां मैनू बहुत प्यार करदियां ने, यह गल सच है। मैनू पता, मैं कहन लगी सी मैनू पता कौन लाइक नहीं करता। लाइक की गल ही नहीं हैगी इत्थे। मैं पता किन्हां तो हजम नहीं हुंदी, जिन्हां नूं लगदा है कि कुड़ियां इदां होणियां चाहीदियां ने। मैं जिहड़ा एक्सपैरीमेंट रन कर रही हाँ, राइट, क्योंकि मैं साइकोलॉजी की स्टूडेंट हाँ, मैनू बहुत शौक है साइकोलॉजी का। मेरा कुछ ना कुछ चलता ही होंदा हमेशा, ऑबजरवेशन चलती होंदी है। मैनू सारे पासे मेरा रहिंदा ध्यान, तो मैं स्टडी करदी हाँ, हर एक चीज़ नू ऑबजर्व करदी हाँ कि यह क्यों है, इनू आपां किद्दां बैटर कर सकते हैं। अच्छा, जे इदां चीज़ चल रही है बड़े चिर दी, तो अगे की प्रोडिक्ट कर सकते हैं, किद्दां की होएगा साडे कल्चर विच, या फ्यूचर की होएगा इस चीज़ का, म्यूजिक का। मैं स्टडी किया कि कौन कौन लोग नैगेटिव कॉमेंट्स करते हैं। छोटे बच्चे ने, टू बी ऑनेस्ट, मस्सां जिहड़े टीनेजर होए हुंदे ने ना, मस्सां वो फोनां ते पता नहीं की लिख जाते हैं। बॉयज़ कि तू बड़ा समझदी अपने आप नूं। हुण परवरिश देखो उन्हां बच्चों की। जे मैं रेशो तुहानूं दस्सां अपने जो मैं स्टडी किया, आई थिंक, पता नहीं पेरेंट्स ने किद्दां रेज़ कीते ने बच्चे। गल तो पेरेंट्स तक जाती है ना, जिहड़ा बच्चा 13-14 साल का आके इंटरनेट ते इन्ना गंद पा रहा है, उहदे घर विच कुड़ियां नूं किद्दां ट्रीट करते होणगे। मैं बहुत सारे लोगों नूं इदां जाणदी हाँ जिन्हां दी मावां कुट खांदियां ने, जिन्हां दी भैणां कुट खांदियां ने, ते उस घर विच अब्यूज़ नॉर्मल है। फिजिकल अब्यूज़ तो फिर भी आपां हील हो सकते हैं, जिहड़ी मैंटल अब्यूज़ है, बिल्कुल साडे कल्चर विच औरतां ते जिहड़ी मैंटल अब्यूज़ चल रही है पिछले शायद 100 सालों तो, एक औरत नूं इन्ना छोटा जिहा बना के अपने नाल रखना कि आ तेरे काम ने, इस तो ज़्यादा बोली ना। 100 विचों 90 घरां विच आ चल रहा, तो सानू इस चीज़ बारे ओपनली गल करनी चाहिए है। चंगी चंगी तो मैं है नहीं, तो फिर मैं तां ही गल्लां शुरू करतियां ने अपनियां। ठीक है, I have been a victim of physical abuse and mental abuse for months, if not years. I know the effect of physical and mental abuse on the mind and the body. मैं कहना चाहांगी कि जे कोई भी औरत इस टाइम फिजिकली अब्यूज़ हो रही है, मैंटली अब्यूज़ हो रही है, वो अज ही खड़ी होवे अपने वास्ते, अज ही। बिकॉज बड़े साल लगते ने, बड़े साल लगते ने ठीक होने नूं। बिकॉज तुसी होरां नूं माफ़ कर सकते हो, पर तुसी अपने आप नूं नहीं माफ़ कर सकते कि तेनों तो पता सी, तेनों तो पता है कि सही है कि गलत है, तू क्यों जरिया। सो साडे घरां विच इमैजिन करो उन्हां बच्चों की परवरिश जिन्हां ने बचपन तो यही देखा। इट्स टॉक्सिक, इट्स टॉक्सिक। मतलब मैं हुण कित्थों गल शुरू करा, कित्थे ख़त्म करा। मतलब
ਆਪਾਂ ਸਾਰੇ ਜਣੇ ਜਾਣਦੇ ਹਾਂ ਇੱਦਾਂ ਦੀ ਇੱਕ ਅੱਧੀ ਫੈਮਿਲੀ ਨੂੰ ਜਿੱਥੇ ਐਲਕੋਹਲ ਡਰੱਗ ਅਬਿਊਜ਼ ਚੱਲ ਰਹੀ ਆ, ਠੀਕ ਆ, ਜਿੱਥੇ ਫਿਜ਼ੀਕਲ ਤੇ ਮੈਂਟਲ ਅਬਿਊਜ਼ ਚੱਲ ਰਹੀ ਆ, ਜਿੱਥੇ ਬੱਚਾ ਕਹਿ ਦੇਵੇ ਸਹੀ ਕਿ ਮੈਨੂੰ ਸੈਡ ਫੀਲ ਹੁੰਦਾ ਤੇ ਉਹਨੂੰ ਮਾਂ ਪਿਓ ਉੱਥੇ ਹੀ ਸ਼ਟ ਡਾਊਨ ਕਰ ਦਿੰਦੇ ਕਿ ਤੈਨੂੰ ਕੀ ਹੋਇਆ, ਤੈਨੂੰ ਤਾਂ ਸਭ ਕੁਝ ਮਿਲਦਾ, ਬੈੱਡ 'ਚ ਬੈਠੇ ਨੂੰ ਰੋਟੀ ਮਿਲਦੀ, ਤੈਨੂੰ ਕੀ ਪ੍ਰੋਬਲਮ ਹੈ। ਨੋਟ ਰਾਈਟ, ਦੈਟਸ ਨੋਟ ਰਾਈਟ। ਮੈਂ ਬਹੁਤ ਡਰ ਰਹੀ ਹਾਂ ਕਿ ਮੈਂ ਕਿੱਦਾਂ ਦੀਆਂ ਜਦੋਂ ਤੁਸੀਂ ਪਹਿਲੀ ਵਾਰੀ ਗੱਲ ਕਰਦੇ ਹੋ ਨਾ ਕਿਸੇ ਚੀਜ਼ ਬਾਰੇ ਤੇ ਬੜਾ ਚਿਰ ਨਹੀਂ ਗੱਲ ਕੀਤੀ ਹੁੰਦੀ ਉਸ ਚੀਜ਼ ਬਾਰੇ, ਤੇ ਮੈਂ ਕੀਤੀ ਵੀ ਪਤਾ ਕਿਉਂ ਆ ਯਾਰ ਗੱਲ ਅੱਜ, ਕਿਉਂਕਿ ਜਿਹੜਾ ਇੱਥੇ ਤੱਕ ਪਹੁੰਚ ਗਿਆ ਨਾ ਇੰਟਰਵਿਊ ਦੇ, ਜਿੱਦਾਂ ਹੁਣ ਘੰਟਾ ਡੇਢ ਹੋ ਗਿਆ ਸਾਨੂੰ ਬੋਲਦੇ ਹੋਏ, ਜਿਹੜਾ ਇੰਨੀ ਗੱਲ ਸੁਣ ਲਈ ਨਾ ਸਾਡੀ ਦੋਨਾਂ ਦੀ, ਜਿਹਨੇ ਹਜੇ ਵੀ ਦਿਲ ਜੋੜ ਕੇ ਰੱਖਿਆ, ਉਹ ਇਨਸਾਨ ਡਿਜ਼ਰਵ ਕਰਦਾ ਹੈ ਕਿ ਮੇਰੇ ਦਿਲ 'ਚ ਕੀ ਹੈ। ਬਾਕੀਆਂ ਨੂੰ 5 ਮਿੰਟ ਦੀ ਐਂਟਰਟੇਨਮੈਂਟ ਚਾਹੀਦੀ ਹੁੰਦੀ ਕਿ ਫਟਾਫਟ ਦਿਖਾਓ ਕੀ ਆ, ਚਲੋ ਫਿਰ ਠੀਕ ਆ, ਅੱਗੇ ਸਕਿਪ, ਨੈਕਸਟ। ਜਿਹਨੇ ਘੰਟਾ ਡੇਢ ਸਾਡੀ ਗੱਲ ਸੁਣ ਲਈ ਆਲਰੇਡੀ, ਉਹਨਾਂ 'ਚੋਂ ਬਹੁਤ ਸਾਰੀਆਂ ਕੁੜੀਆਂ ਨੇ ਇੱਦਾਂ, ਮੁੰਡੇ ਵੀ ਹੋਣਗੇ ਬਟ ਮੈਨੂੰ ਕੁੜੀਆਂ ਦੀਆਂ ਕਹਾਣੀਆਂ ਪਤਾ ਨੇ। ਅਤੇ ਆਈ ਥਿੰਕ ਆਪਣੇ ਵਾਸਤੇ ਖੜਨਾ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿਸੇ ਹੋਰ ਨੂੰ ਬਦਨਾਮ ਕਰਕੇ, ਮੈਂ ਉਹਦੇ ਅਗੇਂਸਟ ਹਾਂ, ਕਿਉਂਕਿ ਯਾਰ ਕਿਸੇ ਨੂੰ ਨੀਵਾਂ ਦਿਖਾ ਕੇ ਮੈਂ ਉੱਚੀ ਥੋੜ੍ਹਾ ਹੋ ਜਾਵਾਂਗੀ। ਨਾਲੇ ਯਾਰ ਮਾਫ਼ ਕੀਤਾ, ਜ਼ਰੂਰੀ ਸੀ। ਤੁਸੀਂ ਬਹੁਤ ਸਾਰੇ ਗਾਣੇ ਗਾਏ ਨੇਗੇ, ਪਰ ਇੰਟਰਵਿਊ ਦੇ ਆਖਿਰ 'ਤੇ ਮੈਂ ਗੱਲ ਕਰਨੀ ਚਾਹੂੰਗੀ ਤੁਹਾਡੇ ਗੀਤ ਸੋਨੇ ਦੀ ਚਿੜੀਆ ਬਾਰੇ। ਉਹ ਗੀਤ ਦੇ ਵਿੱਚ ਤੁਹਾਡੀ ਜਰਨੀ ਹੈ, ਅਤੇ ਉਹ ਗੀਤ ਕਿਵੇਂ ਬਣਿਆ? ਇੱਕ ਸੋਨੇ ਦੀ ਚਿੜੀਆ ਮੈਂ ਬਣ ਕੇ ਰਹਿ ਗਈ ਹਾਂ, ਸਾਰੀ ਦੁਨੀਆ ਮੇਰੇ ਵੱਲ ਦੇਖਦੀ ਹੈ ਐਂਡ ਦੇ ਸੇ ਵਾਓ, ਲਾਈਕ ਵਾਓ। ਐਂਡ ਬਹੁਤ ਵਾਰੀ ਜਦੋਂ ਇੱਦਾਂ ਤੁਹਾਨੂੰ ਇੱਕ ਸਟੇਟਸ ਮਿਲਦਾ ਲਾਈਫ ਵਿੱਚ, ਤੁਹਾਨੂੰ ਦੇਖਦੀ ਹੈ ਦੁਨੀਆ ਇੱਦਾਂ ਕਿ ਮਤਲਬ ਵਾਓ, ਹੈ ਨਾ, ਪਰ ਅੰਦਰੋਂ ਤੁਸੀਂ ਉਹ ਨਹੀਂ ਫੀਲ ਕਰ ਰਹੇ ਹੁੰਦੇ, ਹੈ ਨਾ। ਅਤੇ ਆਈ ਫੀਲ ਕਿ ਆਹ ਜਿਹੜਾ ਮੈਂ ਗਾਣਾ ਲਿਖਿਆ ਸੋਨੇ ਦੀ ਚਿੜੀਆ, ਇਹਨੂੰ ਬੜੇ ਸਾਲ ਹੋ ਗਏ ਨੇ ਮੈਂ ਲਿਖ ਰਹੀ ਸੀ, ਰਿਲੀਜ਼ ਹੋਣੇ ਕੀਤਾ ਹਜੇ 1-2 ਸਾਲ ਪਹਿਲਾਂ। ਇਹ ਇੱਕ ਨਾ ਲੋਨਲੀਨੈਸ ਹੁੰਦੀ ਹੈ ਸਾਡੇ ਅੰਦਰ, ਐਂਡ ਆਈ ਥਿੰਕ ਜਿੰਨਾ ਕੁ ਮੈਂ ਸਟੱਡੀ ਕੀਤਾ ਆਪਣੇ ਆਪ ਨੂੰ, ਆਹ ਲੋਨਲੀਨੈਸ ਸਾਡੇ ਅੰਦਰ ਤਾਂ ਹੁੰਦੀ ਕਿਉਂਕਿ ਆਪਾਂ ਆਪਣੇ ਆਪ ਨਾਲੋਂ ਟੁੱਟੇ ਹਾਂ, ਕਿਸੇ ਹੋਰੋਂ ਨਾਲੋਂ ਨਹੀਂ। ਕਿਸੇ ਰਿਲੇਸ਼ਨਸ਼ਿਪ ਵਿੱਚੋਂ ਹਾਰਟ ਬ੍ਰੇਕ ਹੁੰਦਾ ਹੈ, ਫਰੈਂਡਸ਼ਿਪਸ ਟੁੱਟਦੀਆਂ ਨੇ, ਫੈਮਿਲੀ ਵਿੱਚੋਂ ਟਰਸਟ ਟੁੱਟਦਾ ਹੈ, ਅਲੱਗ ਹੋ ਜਾਂਦੀਆਂ ਨੇ ਫੈਮਲੀਜ਼, ਪ੍ਰਾਈਡ ਕਰਕੇ, ਈਗੋ ਕਰਕੇ। ਉਹ ਨਹੀਂ, ਆਈ ਥਿੰਕ ਜਦੋਂ ਆਪਾਂ ਆਪਣੇ ਆਪ ਤੋਂ ਬਹੁਤ ਦੂਰ ਹੁੰਦੇ ਹਾਂ। ਮੈਂ ਬੜੇ ਸਾਲ ਪਹਿਲਾਂ ਨਾ ਆਪਣੀ ਕਾਪੀ 'ਚ ਇੱਕ ਗੱਲ ਲਿਖੀ ਸੀ, ਮੈਂ ਕਿਹਾ ਜਦੋਂ ਕਿਤੇ ਤੈਨੂੰ ਲੱਗੇ ਨਾ, ਆਪਣੇ ਆਪ ਨੂੰ ਲਿਖਿਆ ਸੀ, ਕਿ ਕੁਛ ਮਿਸਿੰਗ ਹੈ ਲਾਈਫ ਵਿੱਚ, ਤੈਨੂੰ ਫੀਲ ਹੋਵੇ ਕਿ ਸਾਰੇ ਪਾਸੇ ਤੇ ਸਭ ਕੁਛ ਹੈ, ਮਤਲਬ ਸਾਰੇ ਜਣੇ ਮੇਰੇ ਵੱਲ ਦੇਖ ਕੇ ਕਿੰਨਾ ਖੁਸ਼ ਹੋ ਰਹੇ ਨੇ, ਜਦੋਂ ਕਿਤੇ ਤੈਨੂੰ ਲੱਗੇ ਕਿ ਕੁਛ ਮਿਸਿੰਗ ਹੈ ਲਾਈਫ ਵਿੱਚ, ਤੇ ਫਿਰ ਉਹ ਤੂੰ ਹੀ ਹੈ। ਤੂੰ ਆਪਣੀ ਲਾਈਫ ਵਿੱਚੋਂ ਆਪ ਹੀ ਮਿਸਿੰਗ ਹੈ। ਬਿਲਕੁਲ, ਕਿ ਤੂੰ ਆਹ ਚੀਜ਼ ਨਿਭਾ ਰਹੀ ਹੈ, ਇਹ ਰਿਸ਼ਤਾ ਨਿਭਾ ਰਹੀ ਹੈ। ਯੂ ਆਰ ਅ ਗ੍ਰੇਟ ਡਾਟਰ, ਯੂ ਆਰ ਗ੍ਰੇਟ ਗਰਲਫ੍ਰੈਂਡ, ਯੂ ਆਰ ਅ ਗ੍ਰੇਟ ਸਿਸਟਰ, ਯੂ ਆਰ ਅ ਗ੍ਰੇਟ ਆਰਟਿਸਟ, ਪਰ ਟਿੰਨੀ ਕਿੱਥੇ ਹੈ? ਟਿੰਨੀ ਮੇਰੇ ਬਚਪਨ ਦਾ ਨਾਮ। ਇਹ ਸਾਰੇ ਮਹਿਫਿਲ ਵਿੱਚ ਟਿੰਨੀ ਕਿੱਥੇ ਆ?
ਕਿ ਉਹਨੂੰ ਮੈਂ ਚੁੱਪ ਕਰਾ ਕੇ ਬਿਠਾਇਆ ਹੋਇਆ ਸਾਈਡ ਤੇ ਕਿ ਤੂੰ ਚੁੱਪ ਕਰ ਜਾ, ਇਸ ਦੁਨੀਆ ਵਿੱਚ ਤੇਰੀ ਗੱਲਾਂ ਦਾ ਕੋਈ ਵੈਲਿਊ ਨਹੀਂ ਹੈ, ਕਿ ਸਿਰਫ ਇੱਥੇ ਜੈਸਮਿਨ ਸੈਂਡਰਸ ਬੋਲੇਗੀ ਤੇ ਸਾਰੇ ਸੁਣਨਗੇ। ਟਿੰਨੀ ਕਿੱਥੇ ਹੈ? ਸੋ ਇੱਦਾਂ ਮੈਂ ਬਹੁਤ ਵਾਰੀ ਫੀਲ ਕਰਦੀ ਹਾਂ, ਹਰ 2-3 ਸਾਲਾਂ ਬਾਅਦ ਮੇਰਾ ਇੱਦਾਂ ਦੀ ਜਰਨੀ ਹੁੰਦੀ ਹੈ ਕਿ ਯਾਰ ਕੁਛ ਮਿਸਿੰਗ ਹੈ। ਸਕਸੈਸ ਵੀ ਵਧੀ ਜਾਂਦੀ ਆ, ਬੈਂਕ ਵੀ ਵਧੀਆ, ਪਾਵਰ ਵੀ ਬਹੁਤ ਹੈ, ਕਾਲ ਮਾਰੋ ਤਾਂ ਕੋਈ ਵੀ ਕੰਮ ਹੋ ਜਾਂਦਾ, ਸਭ ਸਹੀ ਹੈ, ਸਭ ਸੈੱਟ ਹੈ ਕੰਮ। ਮਿਸਿੰਗ ਕੀ ਹੈ? ਉਹ ਜਿਹੜਾ ਛੋਟਾ ਜਿਹਾ ਬੱਚਾ ਜਿਹਨੂੰ ਚੁੱਪ ਕਰਾਇਆ ਕਿੰਨੇ ਚਿਰ ਦਾ ਆਪਾਂ, ਕਹਿੰਦਾ ਖੇਡਣਾ ਮੈਂ, ਕਹਿੰਦਾ ਮਜ਼ਾ ਜਿਹਾ ਨਹੀਂ ਆ ਰਿਹਾ, ਸਭ ਕੁਛ ਅਕਵਾਇਰ ਕਰੀ ਜਾਂਦੇ ਆਪਾਂ, ਭੱਜੀ ਜਾਂਦੇ ਹਾਂ, ਮਜ਼ਾ ਜਿਹਾ ਨਹੀਂ ਆ ਰਿਹਾ। ਸੋ ਸੋਨੇ ਦੀ ਚਿੜੀਆ ਉਸ ਚੀਜ਼ ਬਾਰੇ ਸੀ, ਉਹ ਐਮਟੀਨੈਸ ਬਾਰੇ ਸੀ ਕਿ ਸਾਰੇ ਜਣੇ ਤੁਹਾਨੂੰ ਸੋਹਣੀ ਕਹਿ ਰਹੇ ਨੇ, ਸਾਰੇ ਜਣੇ ਤੁਹਾਡੇ ਵੱਲ ਦੇਖ ਰਹੇ ਨੇ ਜਿਵੇਂ ਤੁਸੀਂ ਸੋਨੇ ਦੇ ਬਣੇ ਹੋ, ਇੰਨੇ ਵੈਲਿਊਬਲ, ਇੰਨੇ ਸੋਹਣੇ, ਬਟ ਤੁਸੀਂ ਵੀ ਇਕੱਲਾ ਫੀਲ ਕਰ ਰਹੇ ਹੋ। ਅਤੇ ਉਹ ਇਕੱਲਾਪਨ ਬਹੁਤ ਜ਼ਰੂਰੀ ਹੁੰਦਾ, ਇਸ ਚੀਜ਼ ਨੂੰ ਮੈਂ ਮਾੜਾ ਨਹੀਂ ਕਹਿ ਰਹੀ, ਉਹ ਇਕੱਲਾਪਨ ਵੀ ਬੜਾ ਜ਼ਰੂਰੀ ਹੁੰਦਾ, ਕਿਉਂਕਿ ਕਿਹਾ ਜਾਂਦਾ ਹੈ, ਮੈਂ ਕਿਤੇ ਪੜ੍ਹਿਆ ਸੀ ਕਿ when God removes everybody from your life, that means you need to be alone with him, you need to be alone with God. ਸੋ ਜਦੋਂ ਮੈਂ ਇਕੱਲੇ ਮਹਿਸੂਸ ਕੀਤਾ, ਮੈਂ ਲਿਖਿਆ ਅਤੇ ਮੈਂ ਬਹੁਤ ਸਾਰੇ ਗਾਣੇ ਲਿਖੇ ਨੇ। ਹੋਪਫੁਲੀ ਮੈਂ ਦਲੇਰ ਵੀ ਹਾਂ, along with being bold and along with being glamorous, ਮੈਂ ਹੋਪਫੁਲੀ ਦਲੇਰ ਵੀ ਹਾਂ ਕਿ ਮੈਂ ਉਹ ਗਾਣੇ ਰਿਲੀਜ਼ ਕਰ ਸਕਾਂ, ਕਿਉਂਕਿ ਆਈ ਥਿੰਕ ਬਹੁਤ ਜ਼ਰੂਰੀ ਹੋ ਗਿਆ ਹੁਣ 2022 ਵਿੱਚ ਨਾ, ਬਹੁਤ ਜ਼ਰੂਰੀ ਹੋ ਗਿਆ ਕਿ ਇੱਕ ਔਰਤ ਨੂੰ ਰੈਪਰਜ਼ੈਂਟ ਕਰਨਾ ਜਿੱਦਾਂ ਦੀ ਉਹ ਐਕਚੁਅਲ 'ਚ ਹੈਗੀ ਹੈ। ਮੈਂ ਪਹਿਲਾਂ ਤਾਂ ਰੱਜ ਕੇ ਮਾਰਾਂਗੀ ਫੁਕਰੀ, ਗਲਤ ਨਾ ਮੰਨਿਓ ਮੈਨੂੰ, ਠੀਕ ਹੈ, ਮੈਂ ਆਵਾਂ ਨਹੀਂ ਰੱਜ ਕੇ ਫੁਕਰੀ, ਮੈਂ ਆਪਣੇ ਜਿਹੜੇ ਅਗਲੇ ਗਾਣੇ ਆ ਰਹੇ ਨੇ, ਮੈਂ ਪਤਾ ਕੀ ਕਹਿਣਾ, ਸਾਰਿਆਂ ਤੋਂ ਵਧੀਆ ਮੈਂ ਆ, ਠੀਕ ਹੈ, ਬਾਕੀ ਸਾਰੇ ਐਵੇਂ ਹੀ ਨੇ ਅਤੇ ਮੈਂ ਸਭ ਤੋਂ ਵਧੀਆ, ਠੀਕ ਹੈ। ਮੈਂ ਕਹਾਂਗੀ ਮੇਰੇ ਕੋਲ ਇੱਕ ਅੱਧੀ ਬੰਦੂਕ ਵੀ ਹੈ, ਠੀਕ ਹੈ, ਮੇਰੇ ਕੋਲ ਗਨ ਵੀ ਹੈ, ਮੈਂ ਗੱਡੀਆਂ ਦੀ ਗੱਲਾਂ ਕਰਾਂਗੀ, ਮੈਂ ਰੂਪ ਦੀ ਗੱਲ ਕਰਤੀ ਨਾ ਮੈਂ ਕਿ ਬਹੁਤ ਸੋਹਣੀ ਆ, ਹੈ ਨਾ, ਉਹ ਤੇ ਗੱਲ ਮੈਂ ਕਰਾਂਗੀ, ਉਹ ਮੈਂ ਗਾਣੇ 'ਚ ਬਾਰ ਕਹਾਂਗੀ, ਇੰਨਾ ਕਹਾਂਗੀ ਲੋਕਾਂ ਨੇ ਕਹਿਣਾ ਮਾਫ਼ ਕੀਤਾ ਜਾਵੇ, ਪਤਾ ਲੱਗ ਗਿਆ। ਅਤੇ ਲਹਿੰਗੇ ਸ਼ਰਾਰਿਆਂ ਦੀ ਵੀ ਗੱਲ ਸ਼ਾਇਦ ਕਰ ਸਕਦੀ ਹਾਂ, ਮੇਰਾ ਕੋਈ ਭਰੋਸਾ ਨਹੀਂ, ਬਟ ਜਦੋਂ ਉਹ ਮੈਂ ਆਪਣੇ ਸਿਸਟਮ 'ਚੋਂ ਕੱਢ ਲਿਆ ਨਾ, ਬਿਕਾਜ਼ ਮੇਰੀ ਬਹੁਤ ਸਾਰੀ ਆਡੀਅੰਸ ਹੈ ਜਿਹੜੀ ਕਿ ਦੇ ਵਿਸ਼ ਕੇ ਸੀਜ਼ਨ ਵਾਲੇ ਗਾਣੇ ਕਰਾਂ ਮੈਂ, ਸੀਜ਼ਨ ਵਾਲੇ ਗਾਣੇ ਕਰਕੇ ਫਿਰ ਮੈਂ ਸਦਾ ਬਹਾਰ ਗਾਣੇ ਕਰਾਂਗੀ, ਜਿਹੜੇ ਕਿ ਹਰ ਸੀਜ਼ਨ ਵਿੱਚ ਕੋਈ ਨਾ ਕੋਈ ਇਕੱਲਾ ਬਹਿ ਕੇ ਸੁਣ ਰਿਹਾ ਹੋਵੇਗਾ। ਆਈ ਥਿੰਕ ਕਿ ਮੈਨੂੰ ਜੇ 20 ਸਾਲਾਂ ਬਾਅਦ ਮੈਨੂੰ ਕੋਈ ਪਿੱਛੇ ਮੁੜ ਕੇ ਵੇਖੇ, ਜਿਹੜੀ ਮੈਂ ਐਲਬਮ ਕੀਤੀ ਹੈ ਲਾਸਟ, ਵਟਸ ਇਨ ਅ ਨੇਮ, ਬੱਦਲ, ਗਾਣਾ ਚੱਲਿਆ ਨਾ, ਰੋਈ ਨਾ, 36 ਮੇਰੇ ਵਰਗੀਆਂ, ਇਹ ਉੱਠ ਨਾ ਖੜੇ, ਪੰਜਾਬ ਦੇ ਜਵਾਕ, ਮੁਸਾਫਿਰਾ, ਆਹ ਜਿਹੜੇ ਗਾਣੇ ਨੇ ਜਿਨ੍ਹਾਂ 'ਚ ਸ਼ਾਇਦ ਕੋਈ ਵੀ ਸੀਜ਼ਨ ਵਾਲਾ ਗਾਣਾ ਨਹੀਂ ਸੀ, ਆਹ ਸੀਜ਼ਨ ਵਾਲੇ ਗਾਣੇ ਨਹੀਂ ਹੈ। ਆਈ ਥਿੰਕ ਜੇ ਨਹੀਂ ਇਹਨਾਂ ਗਾਣਿਆਂ ਤੋਂ ਹੀ ਮੈਨੂੰ ਜਾਣਿਆ ਜਾਵੇਗਾ, ਜਦੋਂ ਸਾਰਾ ਧੂੰਆਂ ਥੱਲੇ ਬੈਠ ਜਾਏਗਾ, ਜਦੋਂ ਸਾਰਾ ਕਹਿੰਦੇ ਨਾ ਸਮੋਕਸ ਐਂਡ ਮਿਰਰਸ ਐਂਡ ਸਾਰਾ ਰੌਲਾ ਜਦੋਂ ਸ਼ਾਂਤ ਹੋ ਜਾਏਗਾ, ਜਦੋਂ ਸਾਰੇ ਇੰਡਸਟਰੀ ਦੇ ਸਾਰੇ ਆਰਟਿਸਟਾਂ ਨੇ ਜਦੋਂ 100 400 ਕਿੰਨੇ ਵੀ ਹਜ਼ਾਰਾਂ ਚੱਕਵੇਂ ਗਾਣੇ ਕਰ ਲਏ, ਸੀਜ਼ਨਲ ਗਾਣੇ ਕਰ ਲਏ, ਆਈ ਥਿੰਕ ਘੁੰਮ ਘੁਮਾ ਕੇ ਆਪਾਂ ਇੱਥੇ ਹੀ ਆਵਾਂਗੇ ਕਿ ਦਿਲ ਦੀਆਂ ਚੱਲ ਗੱਲਾਂ ਕਰੀਏ। ਬਿਲਕੁਲ ਸਹੀ ਗੱਲ। ਤੁਹਾਡੇ ਹੈਗੀ ਜਗ੍ਹਾ ਕੈਮਰੇ 'ਚ ਕਿ ਮੁੱਕ ਗਿਆ? ਬਿਲਕੁਲ ਹੈ, ਮੈਂ ਕਹਿਣ ਲੱਗੀ ਸੀਗੀ ਕਿ ਤੁਸੀਂ ਇੱਕ ਵਾਰੀ ਆਪਣੀ ਮੈਂ ਕਾਫੀ ਭਰ ਲਿਆਵਾਂ? ਹਾਂ, ਕਾਫੀ ਪੀਤੇ ਕਾਪੀ ਚੈੱਕ ਕਰ ਲਓ ਵੀ ਕੁਛ ਰਹਿ ਤੇ ਨਹੀਂ ਗਿਆ।